ਹੈਲੋ ਐਂਡ ਵੈਲਕਮ ਟੂ ਰੇਸ ਅਕੈਡਮੀ ऑफिशियल। सत श्री अकाल साਰਿਆਂ ਨੂੰ ਨਮਸਤੇ ਦਾ ਮੇਰਾ ਨਾਮ ਹੈ ਫਨਕਾਰ ਤੇ ਰੇਸ ਅਕੈਡਮੀ ऑफिशियल ਤੇ ਤੁਹਾਡਾ ਸਵਾਗਤ ਹੈ। ਸੋ ਦੇਖੋ ਭਾਈ ਤੁਹਾਡਾ 6 ਅਗਸਤ ਨੂੰ ਯਾਨੀ ਕਿ ਜਿਹੜਾ ਪੇਪਰ ਹੈਗਾ PSSB ਕਲਰਕ ਦਾ, ਬਾਕੀ ਕਾਂਸਟੇਬਲ ਦਾ ਵੀ ਕਾਫੀ ਜਾਣਿਆਂ ਦਾ ਪੇਪਰ ਹੈਗਾ। ਸੋ ਇਸ ਕਰਕੇ ਮੈਂ ਪਹਿਲਾਂ ਸੋਚਿਆ ਸੀਗਾ ਕਿ ਬਹੁਤ ਵੱਡਾ ਸੈਸ਼ਨ ਇੱਕ 6-7 ਘੰਟੇ ਦਾ ਬਣਾ ਕੇ ਮੈਂ ਉਹ ਪਾ ਦਾਂ, ਬਟ ਉਹਨੂੰ ਟਾਈਮ ਲੱਗ ਜਾਣਾ। ਇਸ ਤੋਂ ਪਹਿਲਾਂ ਵੀ ਤੁਹਾਨੂੰ ਪਤਾ ਮੈਂ ਇੱਕ ਹਿਸਟਰੀ ਤੇ ਪਾਇਆ ਸੀਗਾ, ਜਿਹੜਾ ਆਪਾਂ ਐਂਸ਼ੀਅੰਟ ਹਿਸਟਰੀ ਦੇ ਕੁਐਸਚਨ ਪਾਏ ਆ। ਹੁਣ ਮੈਂ ਕੁਐਸਚਨਾਂ ਨੂੰ ਮਿਕਸ ਕਰਕੇ ਲੈ ਕੇ ਆਇਆ ਐਂਡ ਮੈਂ ਇਹ ਘੰਟੇ ਅੱਧੇ ਘੰਟੇ ਪੌਣੇ ਘੰਟੇ ਜਿੰਨਾ ਵੀ ਬਣੂਗਾ, ਯਾਨੀ ਇਹਨਾਂ ਨੂੰ ਮੈਂ ਕੀ ਕੀਤਾ, ਇੱਕ 600-700 ਕੁਐਸਚਨਾਂ ਦੀ ਸੀਰੀਜ਼ ਆ, ਯਾਨੀ ਤੁਹਾਡੇ 6-7 ਘੰਟੇ ਲੱਗਣਗੇ ਇਸ ਸੀਰੀਜ਼ ਨੂੰ ਦੇਖਣ ਵਾਸਤੇ। ਪਰ ਮੈਂ ਨਾਲ ਹੀ ਪਾਈ ਜਾਊਂਗਾ, ਤੁਸੀਂ ਨਾਲ ਹੀ ਦੇਖੀ ਚੱਲੋ ਨਾਲ ਕੇ, ਕਿਉਂਕਿ ਮੈਂ ਪਹਿਲਾਂ 6-7 ਘੰਟੇ ਬਣਾऊंगा, ਫਿਰ ਉਸ ਤੋਂ ਬਾਅਦ ਅਪਲੋਡਿੰਗ ਦੇ ਵਿੱਚ ਟਾਈਮ ਲੱਗ ਜਾਣਾ। ਸੋ ਆਪਣੇ ਕੋਲ ਟਾਈਮ ਬਹੁਤ ਥੋੜਾ ਹੈਗਾ, ਰਾਈਟ। ਸੋ ਇਸ ਕਰਕੇ ਮੈਂ ਇਹ ਤੋੜ ਕੇ ਪਾ ਰਿਹਾ ਹਾਂ ਸਾਰੀ ਸੀਰੀਜ਼, ਤਾਂ ਕਿ ਤੁਹਾਨੂੰ ਕਰਨ ਦੇ ਵਿੱਚ ਆਸਾਨੀ ਹੋਵੇ। ਐਂਡ ਇਹ ਸੀਰੀਜ਼ ਇੰਪੋਰਟੈਂਟ ਇਸ ਕਰਕੇ ਕਿਉਂਕਿ ਇਹਨਾਂ ਦੇ ਵਿੱਚੋਂ ਕੁਐਸਚਨ ਤਾਂ ਚਲੋ ਜਿਹੜੇ ਹੈਗੇ ਆ ਰੱਬ ਦੀ ਮਿਹਰ ਨਾਲ ਆ ਹੀ ਜਾਣੇ ਆ, ਰਾਈਟ। ਇਸ ਤੋਂ ਪਹਿਲਾਂ ਵੀ ਮੇਰੇ ਬਹੁਤ ਸਾਰੇ ਸੈਸ਼ਨ ਲੱਗੇ ਹੋਏ ਆ, ਪਰ ਇਹ ਜਿਹੜੀ ਵੀਡੀਓਜ਼ ਹੈ ਤੁਹਾਨੂੰ ਇੱਕ ਕੌਨਫੀਡੈਂਸ ਬੂਸਟ ਕਰਨਗੀਆਂ। ਕੌਨਫੀਡੈਂਸ ਵੀ ਬਹੁਤ ਵੱਡੀ ਚੀਜ਼ ਹੁੰਦੀ ਹੈ, ਰਾਈਟ। ਜਦੋਂ ਆਪਣਾ ਕੌਨਫੀਡੈਂਸ ਬੂਸਟ ਹੁੰਦਾ ਉਦੋਂ ਉਹ ਵੀ ਕੁਐਸਚਨ ਆਪਣੇ ਤੋਂ ਸੋਲਵ ਹੋ ਜਾਂਦੇ ਜਿਹੜੇ ਆਪਾਂ ਨੂੰ ਕਦੇ ਨਹੀਂ ਵੀ ਆਉਂਦੇ ਹੁੰਦੇ, ਰਾਈਟ। ਥੋੜਾ ਬਹੁਤ ਕਨਫਿਊਜ਼ਿੰਗ ਉਹ ਵੀ ਦੂਰ ਹੋ ਜਾਂਦੀ ਹੈ। ਸੋ ਆਪਣੀ ਤਾਂ ਕੋਸ਼ਿਸ਼ ਇਹੀ ਰਹਿੰਦੀ ਵੀ ਇਹਨਾਂ ਦੇ ਵਿੱਚੋਂ ਕੋਈ ਨਾ ਕੋਈ ਕੁਐਸਚਨ ਆ ਜਾਣ, ਇਸੇ ਕਰਕੇ ਮੈਂ ਕਰਵਾ ਰਿਹਾ ਹਾਂ। ਇਸ ਤੋਂ ਪਹਿਲਾਂ ਸੈਸ਼ਨ ਵੀ ਬਹੁਤ ਸਾਰੇ ਲਾਏ ਆ, ਕਈ ਵਾਰੀ ਕੁਐਸਚਨ ਆ ਜਾਂਦੇ, ਕਈ ਵਾਰੀ ਕੁਐਸਚਨ ਕਿਸੇ ਟੌਪਿਕ ਦੇ ਵਿੱਚੋਂ ਨਹੀਂ ਆਉਂਦੇ, ਉਹ ਮੈਟਰ ਨਹੀਂ ਕਰਦਾ, ਪਰ ਇੰਨਾ ਕੁਛ ਮੈਂ ਕਰਵਾ ਰੱਖਿਆ, ਫਿਰ ਓਵਰਆਲ ਪੇਪਰ ਉਹਨਾਂ ਦੇ ਵਿੱਚੋਂ ਆ ਹੀ ਜਾਂਦਾ। ਯਾਨੀ ਇਹ 6-7 ਸੀਰੀਜ਼ ਤਾਂ ਇੰਪੋਰਟੈਂਟ ਰਹਿਣਗੀਆਂ। ਇਸ ਤੋਂ ਪਹਿਲਾਂ ਮੇਰੇ ਜਿੰਨੇ ਸੈਸ਼ਨ ਆ ਉਹ ਤੁਸੀਂ ਸਾਰੇ ਦੇਖਣੇ ਆ, ਫਿਰ ਓਬਵੀਅਸ ਗੱਲ ਉਹਨਾਂ ਦੇ ਵਿੱਚੋਂ ਆ ਜਾਂਦਾ, ਰਾਈਟ। ਸੋ ਰੇਸ ਅਕੈਡਮੀ ऑफिशियल ਤੇ ਤੁਹਾਡਾ ਸਵਾਗਤ ਹੈ। ਆਪਣੀ ਐਪਲੀਕੇਸ਼ਨ ਇੰਸਟਾਲ ਕਰ ਸਕਦੇ ਹੋ। ਜ਼ਿਆਦਾ ਗੱਲਾਂ ਬਾਤਾਂ ਨਹੀਂ, ਆਪਾਂ ਸਿੱਧਾ ਮੁੱਦੇ ਤੇ ਆਉਣੇ ਆ, ਤੇ ਆਪਾਂ ਮੁੱਦੇ ਦੀ ਗੱਲ ਕਰਦੇ ਆਪਾਂ ਸਿੱਧਾ ਕੁਐਸਚਨ ਕਰਨ ਲੱਗਦੇ ਹਾਂ, ਰਾਈਟ। ਸੋ ਪਹਿਲਾ ਕੁਐਸਚਨ ਜਿਵੇਂ ਕਿ ਬਹੁਤ ਸੌਖਾ, ਸਾਇੰਸ ਐਂਡ ਟੈਕ ਤੋਂ ਇਹ ਕੁਐਸਚਨ ਆਉਂਦਾ ਹੀ ਆਉਂਦਾ, ਰਾਈਟ। ਸੋ ਪਹਿਲਾ ਕੁਐਸਚਨ ਕੀ ਆ, ਕਹਿੰਦਾ ਫਸਟ ਇੰਡੀਅਨ ਟੂ ਟਰੈਵਲ ਟੂ ਸਪੇਸ। ਬਹੁਤ ਸੌਖਾ ਹੈ ਨਾ, ਸਾਰਿਆਂ ਨੇ ਪੜ੍ਹਿਆ ਹੋਣਾ ਰਾਕੇਸ਼ ਸ਼ਰਮਾ, ਰਾਈਟ। ਸੋ ਰਾਕੇਸ਼ ਸ਼ਰਮਾ ਦੇ ਨਾਲ ਜੋ ਹੋਰ ਚੀਜ਼ਾਂ ਇੰਪੋਰਟੈਂਟ ਬਣਦੀਆਂ ਉਹ ਜ਼ਰੂਰ ਯਾਦ ਰੱਖਣੀਆਂ। ਰਾਕੇਸ਼ ਸ਼ਰਮਾ ਦੇ ਨਾਲ ਇੱਕ ਬੰਦਾ ਸੀਗਾ ਜਿਹੜਾ ਕਿ ਬੈਕਅਪ ਟੀਮ ਦੇ ਨਾਲ ਸੀਗਾ, ਰਾਈਟ। ਬੈਕਅਪ ਟੀਮ ਦੇ ਨਾਲ ਉਹ ਵੀ ਇੰਡੀਅਨ ਸੀਗੇ, ਇਸ ਕਰਕੇ ਨਾਮ ਬਹੁਤ ਜ਼ਿਆਦਾ ਇੰਪੋਰਟੈਂਟ ਬਣਦਾ ਗਾ। ਉਸ ਬੰਦੇ ਦਾ ਨਾਮ ਕੀ ਸੀਗਾ? ਉਸ ਬੰਦੇ ਦਾ ਨਾਮ ਸੀਗਾ ਰਵੀਸ਼ ਮਲਹੋਤਰਾ। ਉਸ ਬੰਦੇ ਦਾ ਨਾਮ ਕੀ ਸੀਗਾ? ਰਵੀਸ਼ ਮਲਹੋਤਰਾ, ਠੀਕ ਹੈ। ਸੋ ਇਹ ਯਾਦ ਰੱਖਣਾ ਕਾਫੀ ਇੰਪੋਰਟੈਂਟ ਹੈ। ਰਵੀਸ਼ ਮਲਹੋਤਰਾ ਯਾਦ ਰੱਖ ਸਕਦੇ ਹੋ ਬੈਕਅਪ ਟੀਮ ਤੋਂ। ਅੱਛਾ, ਗਏ ਕਦੋਂ ਸੀਗੇ ਇਹ ਗਏ ਸੀਗੇ 1984 ਦੇ ਵਿੱਚ, ਰਾਈਟ। ਕਦੋਂ? 1984 ਦੇ ਵਿੱਚ। ਇੰਡੀਆ ਤੇ ਸੋਵੀਅਤ ਸੰਘ ਦਾ ਜਿਹੜਾ ਰਸ਼ੀਆ ਅੱਜ ਕੱਲ੍ਹ ਬੇਸਿਕਲੀ ਉਹਨਾਂ ਦਾ ਮੇਲ ਮਿਲਾਪ ਦੇ ਨਾਲ ਯਾਨੀ ਕਿ ਬਣਿਆ ਸੀਗਾ। ਐਂਡ ਜਿਹੜਾ ਗਿਆ ਸੀਗਾ ਉਹਦਾ ਨਾਮ ਕੀ ਸੀਗਾ? ਉਹਦਾ ਨਾਮ ਸੀਗਾ ਜੀ ਸੋਇਜ਼ T11, ਰਾਈਟ। ਸੋ ਯਾਦ ਰੱਖਣਾ, ਇਹ ਕੁਐਸਚਨ ਵੀ ਆ ਜਾਊਗਾ ਅੱਗੇ। ਸੋਇਜ਼ T11 ਬੇਸਿਕਲੀ ਓਬਵੀਅਸ ਗੱਲ ਇਹ ਵੀ ਪੁੱਛਿਆ ਜਾਂਦਾ ਨਾ ਵੀ ਕਿਹੜਾ ਲਾਂਚ ਵਹੀਕਲ ਸੀਗਾ, ਰਾਈਟ। ਸੋ ਸੋਇਜ਼ T11 ਇਹ ਤੁਸੀਂ ਜ਼ਰੂਰ ਯਾਦ ਰੱਖਣਾ ਹੈ, ਠੀਕ ਹੋ ਗਿਆ। ਤਾਂ 1984 ਇਹ ਵੀ ਤੁਸੀਂ ਸਾਰਾ ਯਾਦ ਰੱਖ ਲਓ। ਰਵੀਸ਼ ਮਲਹੋਤਰਾ ਇਹ ਵੀ ਤੁਸੀਂ ਯਾਦ ਰੱਖ ਸਕਦੇ ਹੋ। ਅੱਛਾ, ਰਾਕੇਸ਼ ਸ਼ਰਮਾ ਦੀ ਜਦੋਂ ਆਪਾਂ ਗੱਲਬਾਤ ਕਰਦੇ ਹਾਂ ਤਾਂ ਨਾਲ ਆਪਾਂ ਨੂੰ ਕਲਪਨਾ ਚਾਵਲਾ ਵੀ ਯਾਦ ਆਉਣੀ ਚਾਹੀਦੀ ਹੈ। ਇਹ ਕਾਫੀ ਇੰਪੋਰਟੈਂਟ ਚੀਜ਼ਾਂ ਗੀਆਂ, ਰਾਈਟ। ਤਾਂ ਜਦੋਂ ਆਪਾਂ ਨੂੰ ਕਲਪਨਾ ਚਾਵਲਾ ਯਾਦ ਆਉਂਦੀ ਹੈ ਤਾਂ ਕਲਪਨਾ ਚਾਵਲਾ ਸਭ ਤੋਂ ਪਹਿਲਾਂ, ਕਿਉਂਕਿ ਨਾਸਾ ਤੋਂ ਗਈ ਸੀ ਕਲਪਨਾ ਚਾਵਲਾ, ਐਂਡ ਕਲਪਨਾ ਚਾਵਲਾ ਸਭ ਤੋਂ ਪਹਿਲਾਂ ਯਾਨੀ ਗਈ ਕਦੋਂ ਸੀ? ਸਭ ਤੋਂ ਪਹਿਲਾਂ 1997 ਦੇ ਵਿੱਚ, ਰਾਈਟ। ਸੋ ਯਾਦ ਰੱਖਣਾਗਾ 1997 ਦੇ ਵਿੱਚ ਪਹਿਲਾ ਮਿਸ਼ਨ ਪਾਰ ਕੀਤਾ ਸੀਗਾ, ਬਟ ਜਿਹੜੀ ਡੈਥ ਇਹਨਾਂ ਦੀ ਹੋਈ ਸੀ ਉਹ 2003 ਦੇ ਵਿੱਚ ਹੋਈ ਸੀ। ਸੋ ਆਹ ਸਾਰੀਆਂ ਚੀਜ਼ਾਂ ਯਾਦ ਰੱਖਣ ਵਾਲੀਆਂ ਨੇ, ਰਾਈਟ। ਸੁਨੀਤਾ ਵਿਲੀਅਮਸ ਜੇ ਤੁਹਾਡੇ ਯਾਦ ਆਉਂਦਾਗਾ ਤਾਂ ਸੁਨੀਤਾ ਵਿਲੀਅਮਸ ਜਿਹੜੀ ਸੀਗੀ ਬੇਸਿਕਲੀ ਤੁਸੀਂ ਇਹ ਮੰਨ ਸਕਦੇ ਹੋ ਵੀ ਪਹਿਲੀ ਵੂਮਨ ਇਹ ਬਣੀ ਸੀ ਜਿਹਨੇ ਸਪੇਸ ਵਾਕ ਯਾਨੀ ਸਪੇਸ ਦੇ ਵਿੱਚ ਸਭ ਤੋਂ ਜ਼ਿਆਦਾ ਟਾਈਮ ਟਰੈਵਲ ਕੀਤਾ ਸੀ, ਰਾਈਟ। ਸਭ ਤੋਂ ਜ਼ਿਆਦਾ ਟਾਈਮ ਜਿਹੜਾ ਟਾਈਮ ਟਰੈਵਲ ਦੇ ਵਿੱਚ ਰਿਕਾਰਡ ਇਹਨਾਂ ਨੇ ਬਣਾਇਆ ਸੀ। ਕਿੰਨੇ ਘੰਟੇ? ਲਗਭਗ 50 ਘੰਟੇ 40 ਮਿੰਟ, ਰਾਈਟ। ਇਹ ਚੀਜ਼ਾਂ ਯਾਦ ਕਰਨ ਵਾਲੀਆਂ ਕਿਉਂਕਿ ਇੱਥੋਂ ਕੁਐਸਚਨ ਮਾੜਾ ਮੋਟਾ ਵੀ ਜੇਕਰ ਆ ਜੇ ਪੇਪਰਾਂ ਦੇ ਵਿੱਚ ਆਪਾਂ ਨੂੰ ਹੈਲਪ ਹੋ ਜਾਂਦੀ ਆ, ਥੋੜਾ ਜਿਹਾ ਬੂਸਟ ਹੋ ਜਾਂਦਾ, ਆਪਾਂ ਥੋੜਾ ਜਿਹਾ ਅੱਗੇ ਨਿਕਲ ਜਾਂਦੇ ਬਾਕੀਆਂ ਤੋਂ, ਰਾਈਟ। ਸੋ ਇਹ ਸਾਰਾ ਯਾਦ ਰੱਖ ਸਕਦੇ ਹੋ, ਰਾਈਟ। ਸੋ ਰਵੀਸ਼ ਮਲਹੋਤਰਾ 1984 ਦੇ ਵਿੱਚ, ਰਾਕੇਸ਼ ਸ਼ਰਮਾ ਗਿਆ ਸੀਗਾ, ਬਾਕੀ ਕਲਪਨਾ ਚਾਵਲਾ 1997 ਤੋਂ ਲੈ ਕੇ 2003, ਤੇ ਸੁਨੀਤਾ ਵਿਲੀਅਮ ਸਭ ਤੋਂ ਜ਼ਿਆਦਾ ਟਾਈਮ ਟਰੈਵਲ, ਠੀਕ ਹੋ ਗਿਆ। ਇਸ ਤੋਂ ਬਾਅਦ ਆ ਗਿਆ ਜੀ ਵੈਨ ਫਸਟ ਇੰਡੀਅਨ ਟੂ ਟਰੈਵਲ ਟੂ ਸਪੇਸ, ਰਾਈਟ। ਸੋ ਇੰਡੀਅਨ ਟਰੈਵਲ ਟੂ ਸਪੇਸ, ਹੁਣ ਰਾਕੇਸ਼ ਸ਼ਰਮਾ ਦੀ ਗੱਲ ਹੋ ਰਹੀ ਹੈ, ਪਹਿਲਾ ਇੰਡੀਅਨ ਉਹੀ ਸੀਗਾ। ਐਂਡ ਕਦੋਂ ਗਿਆ ਸੀਗਾ ਭਾਈ? 1984 ਦੇ ਵਿੱਚ। ਹੋਰ 1984 ਤੇ ਕਿਤੇ ਵੀ ਨਹੀਂ ਹੈਗਾ, ਸੋ ਇਸ ਕਰਕੇ 1984 ਆਨਸਰ ਆ ਜਾਊਗਾ। ਪਰ ਜੇ ਡੇਟ ਆਪਾਂ ਐਗਜ਼ੈਕਟ ਦੇਖਣੀ ਹੋਵੇ ਤਾਂ 2 ਅਪ੍ਰੈਲ ਦੀ ਥਾਂ ਤੇ 3 ਅਪ੍ਰੈਲ ਵੀ ਆਪਸ਼ਨਾਂ ਦੇ ਵਿੱਚ ਹੋ ਸਕਦਾ ਗਾ। ਜੇ 3 ਅਪ੍ਰੈਲ ਆਪਸ਼ਨ ਦੇ ਵਿੱਚ ਹੋਇਆ ਤਾਂ ਆਨਸਰ ਆਪਾਂ 3 ਅਪ੍ਰੈਲ ਲਾਵਾਂਗੇ, ਪਰ ਇੱਥੇ ਕੋਈ 3 ਅਪ੍ਰੈਲ ਦੀ ਨੇੜੇ ਤੇੜੇ ਗੱਲ ਹੈ ਨਹੀਂ, 1984 ਵੀ ਹੈ ਨਹੀਂਗਾ। ਸੋ ਇਸ ਕਰਕੇ ਆਪਾਂ ਸਿੱਧਾ ਆਨਸਰ 1984 ਵਾਲਾ 2 ਅਪ੍ਰੈਲ 1984 ਲਾ ਸਕਦੇ। ਹਾਲਾਂਕਿ ਜਿਹੜਾ ਮਿਸ਼ਨ ਗਿਆ ਸੀ ਉਹ 3 ਅਪ੍ਰੈਲ 1984 ਐਗਜ਼ੈਕਟ ਡੇਟ ਬਣਦੀ ਹੈ।
ਹਾਊ ਮੈਨੀ ਡੇਜ਼ ਰਕੇਸ਼ ਸ਼ਰਮਾ ਸਪੈਂਟ ਇਨ ਸਪੇਸ। ਹੁਣ ਸਪੇਸ ਦੇ ਵਿੱਚ ਰਕੇਸ਼ ਸ਼ਰਮਾ ਨੇ ਕਿੰਨਾ ਟਾਈਮ ਸਪੈਂਡ ਕੀਤਾ ਸੀ, ਕਿੰਨਾ ਟਾਈਮ ਲਾਇਆ ਸੀਗਾ? 8 ਦਿਨ, 7 ਦਿਨ, 6 ਦਿਨ ਜਾਂ ਫਿਰ 5 ਦਿਨ। ਇਹਦਾ ਜਿਹੜਾ ਆਨਸਰ ਆ ਜਾਊਗਾ ਉਹ 7 ਦਿਨ ਆ ਜਾਊਗਾ। ਰਾਈਟ ਆ, 7 ਵੀ ਕਹਿ ਸਕਦੇ ਹੋ ਜਾਂ 8 ਵੀ ਕਹਿ ਸਕਦੇ ਹੋ, ਹਾਲਾਂਕਿ ਕੁਐਸਚਨ ਮੇਰਾ ਪਾਇਆ ਹੋਇਆ, ਪਰ ਪੇਪਰ ਦੇ ਵਿੱਚ ਜੇ ਮੰਨ ਲਓ 7 ਜਾਂ 8 ਕੁਝ ਵੀ ਆ ਗਿਆ ਤਾਂ ਤੁਸੀਂ 7 ਦਿਨ ਲਾ ਦਿਓ। ਰਾਈਟ ਆ, ਹਾਲਾਂਕਿ ਜਿਹੜਾ ਐਗਜ਼ੈਕਟ ਟਾਈਮ ਸੀ ਨਾ ਉਹ ਟਾਈਮ ਸੀਗਾ 7 ਦਿਨ ਤੇ 21 ਘੰਟੇ। 7 ਦਿਨ 21 ਘੰਟੇ ਤੇ 40 ਮਿੰਟ। 7 ਦਿਨ 21 ਘੰਟੇ ਤੇ 40 ਮਿੰਟ, ਇਹ ਬੇਸਿਕਲੀ ਜਿਹੜਾ ਅਸਲ ਦੇ ਵਿੱਚ ਟਾਈਮ ਸੀਗਾ। ਹੁਣ ਤੁਸੀਂ ਕਹਿ ਸਕਦੇ ਹੋ ਜਦੋਂ 7 ਦਿਨ 21 ਘੰਟੇ ਹੋ ਗਏ ਤਾਂ ਲਗਭਗ 8ਵਾਂ ਦਿਨ ਹੀ ਆ ਗਿਆ। ਰਾਈਟ, ਤਾਂ ਉਸ ਹਿਸਾਬ ਨਾਲ 8 ਵੀ ਆਨਸਰ ਲੱਗ ਸਕਦਾ ਗਾ। ਇਹ ਐਗਜ਼ਾਮੀਨਰ ਤੇ ਡਿਪੈਂਡ ਕਰਦਾ। ਇਹ ਤਾਂ ਕੁਐਸਚਨ ਮੇਰਾ ਬਣਾਇਆ ਹੋਇਆ, ਪੇਪਰ ਦੇ ਵਿੱਚ ਆਪਾਂ ਇਹ ਮੰਨ ਕੇ ਚੱਲਦੇ ਹਾਂ ਵੀ ਜਾਂ ਤਾਂ ਉੱਥੇ 7 ਹੋਊਗਾ ਜਾਂ ਉੱਥੇ 8 ਹੋਊਗਾ, ਤੇ ਜਾਂ ਫਿਰ ਉਹੀ ਗੱਲ ਆ ਵੀ ਦੋਨੇ ਇਕੱਠੇ ਨਹੀਂ ਹੋਣਗੇ। ਜੇ ਇਕੱਠੇ ਹੋਏ ਤਾਂ ਫਿਰ ਭਾਈ ਐਗਜ਼ਾਮੀਨਰ ਤੇ ਹੀ ਡਿਪੈਂਡ ਕਰਦਾ। ਪਰ ਮੇਰਾ ਮੰਨਣਾ ਇਹ ਹੈ ਕਿ ਤੁਸੀਂ 7 ਆਨਸਰ ਲਾ ਸਕਦੇ ਹੋ, ਕਿਉਂਕਿ ਪਹਿਲਾਂ ਆਪਾਂ ਨੂੰ 7 ਦਿਨ ਤਾਂ ਪੱਕਾ ਪਤਾ ਲੱਗਦਾ ਗਾ। ਰਾਈਟ ਆ, ਜਾਂ ਫਿਰ ਓਬਵੀਅਸ ਗੱਲ ਆ ਤੁਹਾਡਾ ਮਨ ਕਰਦਾ ਵੀ 8 ਲਾਉਣਾ ਚਾਹੀਦਾ ਤਾਂ 8 ਲਾ ਦਿਓ, ਉਹ ਤੁਹਾਡੀ ਮਰਜ਼ੀ ਆ। ਮੈਂ ਤੁਹਾਨੂੰ ਇੱਕ ਪ੍ਰੋਪਰ ਤਰੀਕੇ ਦੇ ਨਾਲ ਸਾਰਾ ਸਮਝਾਤਾ। ਠੀਕ ਹੋ ਗਿਆ ਭਾਈ। ਅਗਲਾ ਕਹਿੰਦਾ ਜੀ ਵਾਟ ਇਜ਼ ਦਾ ਨੇਮ ਆਫ ਸਪੇਸ ਕਰਾਫਟ ਇਨ ਵਿਚ ਰਕੇਸ਼ ਸ਼ਰਮਾ ਟਰੈਵਲ ਟੂ ਸਪੇਸ। ਸਪੇਸ ਕਰਾਫਟ ਦੀ ਗੱਲ ਹੋ ਗਈ ਜਿਹੜੀ ਮੈਂ ਦੱਸੀ ਸੀ ਵੀ ਲਾਂਚ ਵਹੀਕਲ ਪੁੱਛਿਆ ਜਾਂਦਾ ਹੁੰਦਾ, ਸੋ ਉਹਦਾ ਨਾਮ ਕੀ ਸੀਗਾ? ਸੋਇਜ਼ T11। ਰਾਈਟ, ਇੱਥੇ ਕਈ ਵਾਰੀ ਬੰਦਾ ਗਲਤੀ ਦੇ ਨਾਲ ਇੰਡੋ ਸੋਵੀਅਤ 84 ਲਾ ਜਾਂਦਾ। ਇਹ ਮੈਂ ਜਾਣ ਕੇ ਹੀ ਆਪਸ਼ਨ ਪਾਇਆ ਹੋਇਆ। ਕਾਰਨ ਉਹਦਾ ਕੀ ਆ ਕਿ ਜਾਣ ਕੇ ਆਪਸ਼ਨ ਇਸ ਕਰਕੇ ਪਾਇਆ ਕਿਉਂਕਿ ਹੈ ਤਾਂ ਇਹ ਜਿਹੜਾ ਮਿਸ਼ਨ ਇੰਡੀਆ ਤੇ ਸੋਵੀਅਤ ਦਾ ਮਿਲ ਕੇ ਸੀਗਾ। ਰਾਈਟ, ਸੋ ਸੋਇਜ਼ T11 ਆ ਜਿਹੜਾ ਉਹ ਤੁਸੀਂ ਯਾਦ ਰੱਖਣਾ ਹੈ। ਰਾਈਟ, ਸੋ ਇਹ ਬਹੁਤ ਇੰਪੋਰਟੈਂਟ ਹੈ। ਓਕੇ ਹੋ ਗਿਆ ਭਾਈ। ਤੇ ਗਏ ਕਿੱਥੋਂ ਸੀਗੇ? ਇਹ ਇੱਕ ਰਸ਼ੀਆ ਦੇ ਵਿੱਚ ਬੇਸਿਕਲੀ ਜਗ੍ਹਾ, ਉੱਥੋਂ ਇਹ ਬੇਸਿਕਲੀ ਗਏ ਸੀਗੇ। ਜੇ ਤੁਸੀਂ ਯਾਦ ਰੱਖਣੀ ਰੱਖ ਸਕਦੇ ਹੋ। ਰਾਈਟ, ਉਹਦਾ ਨਾਮ ਸੀਗਾ ਜੀ ਬੀਕੋਨੋਰ ਕਾਸਮੋਡਰੋਮ। ਰਾਈਟ, ਇੱਕ ਕਜ਼ਾਕ ਦੇ ਵਿੱਚ ਬੇਸਿਕਲੀ ਇਹ ਸਿਟੀ ਹੈ। ਰਾਈਟ, ਉੱਥੋਂ ਗਏ ਸੀਗੇ। ਇਹ ਤਾਂ ਇੱਕ ਜਗ੍ਹਾ ਗਈ ਬੇਸਿਕਲੀ। ਰਾਈਟ, ਇਹ ਯਾਦ ਰੱਖਣਾ ਨਹੀਂ ਕੋਈ ਜ਼ਰੂਰੀ ਨਹੀਂ ਹੈਗਾ। ਇਸ ਤੋਂ ਬਾਅਦ ਆ ਗਿਆ ਜੀ IRS-1 ਜਿਹੜਾ ਰਿਮੋਟ ਸੈਂਸਿੰਗ ਹੁੰਦਾ ਬੇਸਿਕਲੀ। ਸੋ ਪਹਿਲਾ ਜਿਹੜਾ IRS-1 ਰਿਮੋਟ ਸੈਂਸਿੰਗ ਜਿਹੜਾ ਸੈਟੇਲਾਈਟ ਆ ਬੇਸਿਕਲੀ, ਇਹ ਸਕਸੈਸਫੁਲੀ ਲਾਂਚ ਕਦੋਂ ਹੋਇਆ? ਇਹ ਇੰਡੀਜੀਨੀਅਸ ਸੀਗਾ, ਯਾਨੀ ਕਿ ਆਪਣੇ ਦੁਆਰਾ। ਰਾਈਟ, ਸੋ ਇਹ ਬਹੁਤ ਇੰਪੋਰਟੈਂਟ ਆ ਭਾਈ। ਇਹ ਕਦੋਂ ਸੀਗਾ? ਤਾਂ ਜਨਵਰੀ 1987, 2000, 1901 ਤੇ ਜਾਂ ਫਿਰ 1988। ਰਾਈਟ, ਹੁਣ ਜੇ ਤੁਹਾਨੂੰ ਇੱਕ ਵਾਰੀ ਪੁੱਛ ਲਈ ਜਾਵੇ ਕਿ ਰਿਮੋਟ ਸੈਂਸਿੰਗ ਵਾਲੀ ਸੀਰੀਜ਼ ਕਿਹੜੀ ਆ ਤਾਂ ਤੁਸੀਂ ਰਿਮੋਟ ਸੈਂਸਿੰਗ ਵਾਲੀ ਸੀਰੀਜ਼ ਦੱਸੋਗੇ IRS। ਰਾਈਟ, ਅਤੇ ਸਭ ਤੋਂ ਪਹਿਲਾਂ ਜਿਹੜਾ ਸੀਗਾ ਇਹਦਾ 1A ਸੀਗਾ, ਉਸ ਤੋਂ ਬਾਅਦ ਫਿਰ 1B ਵੀ ਗਿਆ। ਰਾਈਟ, ਸੋ ਇਹ ਸੀਰੀਜ਼ ਆ ਜਿਹੜੀ ਕਾਫੀ ਇੰਪੋਰਟੈਂਟ ਆ ਤੇ ਕਾਫੀ ਮਸ਼ਹੂਰ ਰਹੀ ਹੈ। ਸੋ ਇਹਦਾ ਜਿਹੜਾ ਆਨਸਰ ਆ ਜਾਊਗਾ ਜੀ ਉਹ ਆ ਜਾਊਗਾ 17 ਮਾਰਚ ਤੇ 1988। 17 ਮਾਰਚ 1988। ਤੁਸੀਂ ਇਹ ਸੀਰੀਜ਼ ਨੂੰ ਜ਼ਰੂਰ ਇੰਪੋਰਟੈਂਟ ਕਰਕੇ ਯਾਦ ਰੱਖਣਾਗਾ। ਰਾਈਟ, ਸੋ ਇੱਥੋਂ ਕੁਐਸਚਨ ਹੋਰ ਵੀ ਪੁੱਛੇ ਜਾਂਦੇ ਆ ਵੀ ਇਹ ਹੁਣ ਜਿਵੇਂ ਫੋਰ ਐਗਜ਼ਾਮਪਲ ਆਪਾਂ 17 ਮਾਰਚ ਦੀ ਗੱਲ ਕੀਤੀ ਆ, 17 ਮਾਰਚ 1988 ਨੂੰ ਬੇਸਿਕਲੀ ਇਹ ਲਾਂਚ ਹੋਈ ਸੀ। ਇਹ ਸਕਸੈਸ ਕਦੋਂ ਹੋਈ ਸੀ? ਯਾਨੀ ਓਬਵੀਅਸ ਗੱਲ ਹੈ ਇਹ ਮਿਸ਼ਨ ਜਿਵੇਂ ਜਾਂਦਾ ਗਾ, ਹੁਣ ਮਿਸ਼ਨ ਤਾਂ ਜਿਵੇਂ ਅੱਜ ਭੇਜਿਆ ਐਂ ਤਾਂ ਨਹੀਂ ਹੈਗਾ ਵੀ ਨਾਲ ਦੀ ਨਾਲ ਹੀ ਚੰਦ ਉੱਥੇ ਪਹੁੰਚ ਗਿਆ ਬੇਸਿਕਲੀ। ਸੋ ਇਹ ਜਿਹੜਾ ਸਕਸੈਸਫੁਲ ਹੋਇਆ ਸੀ 8 ਸਾਲਾਂ ਬਾਅਦ ਹੋਇਆ ਸੀ 1996 ਦੇ ਵਿੱਚ। ਰਾਈਟ, ਸੋ ਇਹ ਕਾਫੀ ਇੰਪੋਰਟੈਂਟ ਹੈ, ਇਹ ਪੁੱਛਿਆ ਜਾ ਸਕਦਾ ਹੈ ਐਂਡ ਪੁੱਛਿਆ ਹੋਇਆ ਇਸ ਕਰਕੇ ਹੀ ਦੱਸ ਰਿਹਾ। 8 ਸਾਲ 4 ਮਹੀਨੇ ਲਗਭਗ ਲੱਗੇ ਸੀਗੇ। ਸੋ 1996 ਦੇ ਵਿੱਚ ਇਹ ਕਾਮਯਾਬ ਹੋ ਗਏ ਸੀ। ਹੁਣ ਆ ਗਿਆ ਦੇਖੋ IRS ਰਿਮੋਟ ਸੈਂਸਿੰਗ ਦਾ ਅਗਲਾ ਪੜਾਅ ਜਿਹੜਾ ਹੈਗਾ 1B। ਹੁਣ ਦੇਖੋ 1988 ਤਾਂ ਹੈ ਨਹੀਂਗਾ ਕਿਉਂਕਿ 1988 ਹੈ ਜਿਹੜਾ ਉਹ IRS 1A ਦੀ ਗੱਲ ਹੋ ਰਹੀ ਹੈ। ਤਾਂ 1B ਦੀ ਜਦੋਂ ਆਪਾਂ ਗੱਲਬਾਤ ਕਰਾਂਗੇ ਤਾਂ ਇਹ 1991 ਆਊਗਾ, ਪਰ 1991 ਹੈ ਕਿਹੜਾ? 29 ਅਗਸਤ। ਰਾਈਟ, ਹੁਣ ਆਪਸ਼ਨ ਦੇਖੋ ਤੇ ਕਿੰਨੇ ਕਲੋਜ਼ ਦਿੱਤੇ ਹੋਏ ਆ। ਰਾਈਟ, ਇਹ ਤਾਂ ਚਲੋ ਕੁਐਸਚਨ ਮੇਰੇ ਵੱਲੋਂ ਬਣਾਇਆ ਹੋਇਆ, ਪਰ ਕਈ ਵਾਰੀ ਪੇਪਰਾਂ ਦੇ ਵਿੱਚ ਵੀ ਆਪਾਂ ਨੂੰ ਇਹੋ ਜਿਹੇ ਕੁਐਸਚਨ ਦੇਖਣ ਨੂੰ ਮਿਲਦੇ ਆ। ਰਾਈਟ, ਸੋ 29 ਅਗਸਤ 1991 ਜਿਹੜਾ ਇਹਦਾ ਆਨਸਰ ਆ ਜਾਊਗਾ। 29 ਅਗਸਤ 1991 ਇਹ ਤੁਸੀਂ ਯਾਦ ਰੱਖਣਾਗਾ। ਸੋ ਪਹਿਲਾ 17 ਮਾਰਚ 1988 ਆ, ਦੂਸਰਾ ਜਿਹੜਾ ਹੈਗਾ 29 ਅਗਸਤ 1991। ਇਹ ਯਾਦ ਰੱਖਣੇ ਆ, ਯਾਨੀ IRS 1B ਤੇ ਜਿਹੜਾ IRS-1 ਜਿਹੜਾ 1A ਹੈ ਜਿਹੜਾ ਰਿਮੋਟ ਸੈਂਸਿੰਗ ਸੈਟੇਲਾਈਟ, ਇਹ ਜ਼ਰੂਰ ਯਾਦ ਰੱਖਣੇ ਆ। ਰਾਈਟ ਹੋ ਗਿਆ। ਇਨਸੈਟ ਦੀ ਫੁੱਲ ਫਾਰਮ ਕੀ ਹੈ? ਇਨਸੈਟ ਤੁਸੀਂ ਬਹੁਤ ਵਾਰੀ ਸੁਣਿਆ ਹੋਊਗਾ। ਸੋ ਇੰਟਰਨੈਸ਼ਨਲ ਸੈਟੇਲਾਈਟ ਹੈ, ਇੰਡੀਅਨ ਨੈਸ਼ਨਲ ਸੈਟੇਲਾਈਟ ਹੈ, ਇੰਡੀਜੀਨੀਅਸ ਸੈਟੇਲਾਈਟ ਹੈ ਜਾਂ ਇੰਡੀਅਨ ਨੇਟਿਵ ਸੈਟੇਲਾਈਟ ਹੈ। ਰਾਈਟ, ਸੋ ਇਹ ਭਾਈ ਇੰਡੀਅਨ ਨੈਸ਼ਨਲ ਸੈਟੇਲਾਈਟ ਹੈ। ਰਾਈਟ, ਇਨਸੈਟ ਇੰਡੀਅਨ ਨੈਸ਼ਨਲ ਸੈਟੇਲਾਈਟ। ਇਨਸੈਟ ਦੀ ਆਪਣੀ ਸੀਰੀਜ਼ ਚੱਲਦੀ ਹੈ, ਇਹਦਾ ਮਤਲਬ ਉਹ ਇੰਡੀਅਨ ਸੈਟੇਲਾਈਟਸ ਹੈ। ਰਾਈਟ, ਸੋ ਇਹ ਕਾਫੀ ਇੰਪੋਰਟੈਂਟ ਹੈ। ਐਂਡ ਇਹਨਾਂ ਨੂੰ ਨਾ ਮਟੀਰੀਓਲੋਜੀਕਲ ਸੈਟੇਲਾਈਟ ਵੀ ਕਿਹਾ ਜਾਂਦਾ ਹੈ। ਕਿ ਆਪਾਂ ਨੂੰ ਪੁੱਛ ਲੈਣਾ ਵੀ ਇਨਸੈਟ ਸੀਰੀਜ਼ ਆ ਜਿਹੜੀ, ਉਹਨਾਂ ਨੂੰ ਕਿਹੜੇ ਸੈਟੇਲਾਈਟ ਕਿਹਾ ਜਾਂਦਾ? ਤਾਂ ਉਹਨਾਂ ਨੂੰ ਮਟੀਰੀਓਲੋਜੀਕਲ ਸੈਟੇਲਾਈਟਸ ਕਿਹਾ ਜਾਂਦਾ ਹੈ। ਮਟੀਰੀਓਲੋਜੀਕਲ ਸੈਟੇਲਾਈਟਸ ਕਿਹਾ ਜਾਂਦਾ ਹੈ। ਸੋ ਇਹ ਯਾਦ ਰੱਖਣਾ ਕਾਫੀ ਇੰਪੋਰਟੈਂਟ ਹੈ। ਠੀਕ ਹੋ ਗਿਆ। ਅਗਲਾ ਆ ਗਿਆ ਜੀ, ਕਹਿੰਦਾ ASLV ਦੀ ਫੁੱਲ ਫਾਰਮ ਕੀ ਆ? ਐਗੂਮੈਂਟਡ ਸਟੋਰਡ ਲੋਕਲ ਵਹੀਕਲ, ਐਗੂਮੈਂਟਡ ਸੈਟੇਲਾਈਟ ਲਾਂਚ ਵਹੀਕਲ ਜਾਂ ਐਗੂਮੈਂਟਡ ਸਪੇਸ ਲਾਂਚ ਵਹੀਕਲ ਜਾਂ ਐਡਵਾਂਸਡ ਸੈਟੇਲਾਈਟ ਲਾਂਚ ਵਹੀਕਲ। ਹੁਣ ASLV ਦੀ ਫੁੱਲ ਫਾਰਮ ਆ ਜਿਹੜੀ ਬੇਸਿਕਲੀ ਇਹਨਾਂ ਦੀ ਦੋ ਫੁੱਲ ਫਾਰਮ ਹੁੰਦੀਆਂ। ਇੱਕ ਤਾਂ ਆਪਾਂ ਐਗੂਮੈਂਟਡ ਵੀ ਕਹਿ ਸਕਦੇ ਹਾਂ ਤੇ ਜਾਂ ਫਿਰ ਆਪਾਂ ਐਡਵਾਂਸਡ ਵੀ ਕਹਿ ਸਕਦੇ ਹਾਂ। ਰਾਈਟ,
ਜਾਂ ਆਪਾਂ ਐਡਵਾਂਸਡ ਵੀ ਕਹਿ ਸਕਦੇ ਹਾਂ, ਯਾਨੀ ਕਿ ਇੱਥੇ ਦੋ ਆਪਸ਼ਨ ਬਣਦੇ ਆ, ਇੱਕ ਤਾਂ ਐਗੂਮੈਂਟਡ ਸੈਟੇਲਾਈਟ ਲਾਂਚ ਵਹੀਕਲ ਹੋ ਗਿਆ ਯਾਨੀ ਦੂਸਰਾ, ਤੇ ਇੱਕ ਹੋ ਗਿਆ ਐਡਵਾਂਸਡ ਸੈਟੇਲਾਈਟ ਲਾਂਚ ਵਹੀਕਲ ਯਾਨੀ ਕਿ ਚੌਥਾ। ਰਾਈਟ, ਸੋ ਕਨਫਿਊਜ਼ ਨਹੀਂ ਹੋਣਾ, ਪੇਪਰ ਦੇ ਵਿੱਚ ਐਡਵਾਂਸਡ ਵੀ ਆ ਸਕਦਾ ਹੈ ਤੇ ਪੇਪਰ ਦੇ ਵਿੱਚ ਐਗੂਮੈਂਟਡ ਵੀ ਆ ਸਕਦਾ ਹੈ, ਯਾਦ ਰੱਖ ਸਕਦੇ ਹੋ। ਅਗਲਾ ਕੁਐਸਚਨ, ਅਗਲਾ ਕਹਿੰਦਾ ਜੀ ਫਸਟ ਸੈਟੇਲਾਈਟ ਲਾਂਚਡ ਇਨ ਇੰਡੀਆ, ਪਹਿला सैटेलाइट इंडिया द्वारा यानी कि लॉन्च किहड़ा कीता गया सी, आर्यभट्ट, कैरोस्टैट या फिर G-SAT पहला ते IRS-1A। राइट, हुण सारिਆਂ ਨੂੰ पता होगा कि पहला किहड़ा है, आर्यभट्ट के नाम से जिहड़ा मैथमेटिशियन सीगा एंशेंट इंडिया दे विच आपां पढ़दे हां आर्यभट्ट नूं। राइट, आर्यभट्ट के नाम से ही पहला अपना सैटेलाइट जिहड़ा लॉन्च किया गया सी, एंड कदों किया गया सीगा 1975 दे विच। राइट, सो याद रखना काफ़ी इंपॉर्टेंट है, 1975 डेट भी याद रख सकते, 19 अप्रैल। राइट, 1975 कई बार अजकल डेटा भी पेपरों के पुछण लग गए। राइट, सो आर्यभट्ट के नाम से सीगा, सो यह याद रखना गा। तो जे तुहानूं पुछ लिया जाए कि फस्ट एक्सपैरीमेंटल, हालांकि अगे क्वेश्चन आ जाऊगा ये, फस्ट एक्सपैरीमेंटल लॉन्च रिमोट सेंसिंग। राइट, जे ये पूछ लिया जाए रिमोट सेंसिंग पहला यानी कि जिहड़ा सीगा ओह किहड़ा सी भाई, ओह भास्कर पहला सी। राइट, सो यह क्वेश्चन काफ़ी इंपॉर्टेंट बनते हैं। राइट, सो ये चीज़ों तुसीं जरूर याद रखना है, ठीक हो गया। सो ये काफ़ी इंपॉर्टेंट है। आर्यभट्ट इज़ द राइट आंसर, 19 अप्रैल 1975 जरूर याद रखना है। अगला आ गया आर्यभट्ट लॉन्च कदों किया सी, हुण आ गया देखो क्वेश्चन 1975 अप्रैल 1975, ठीक है, सो ये याद रखना। इस तो बाद अगला क्वेश्चन आ गया, कहता जी फस्ट एक्सपैरीमेंटल रिमोट सेंसिंग सैटेलाइट इन इंडिया। हुण ही दस के हटे कि पहला एक्सपैरीमेंटल रिमोट सेंसिंग सैटेलाइट है जिहड़ा भास्कर पहला। राइट, भास्कर पहला, सो ये तुसीं याद रखना, काफ़ी इंपॉर्टेंट है। इस तो बाद क्वेश्चन आ गया, कहते भास्कर पहला तो दूसरा लॉन्च कदों किए गए। हुणे आपां गलबात करके हटे कि एक्सपैरीमेंटल जिहड़े रिमोट सेंसिंग सैटेलाइट सीगे, तो जिहड़ा भास्कर पहला सीगा, जिहड़ा भास्कर पहला सीगा ना बेसिकली यह किया गया सी 1979 दे विच। राइट, तो जिहड़ा दूसरा सी वो किया गया सी 1981 दे विच। राइट, सो यह चीज़ां याद रखनियां काफ़ी इंपॉर्टेंट है, ठीक है। सो भास्कर पहला 1979 तो दूसरा 1981, ठीक होगा भाई, वेरी वेरी नाइस। इस तो बाद क्वेश्चन आ गया जी, कहना एप्पल, हुण एप्पल सीरीज़ तुसीं देखी होनी है। सो एप्पल वाज, ये एप्पल फोन वाला नहीं है ना, एप्पल वाज इसरो का पहला इंडीजीनियस एक्सपैरीमेंटल कम्युनिकेशन सैटेलाइट सी। देखो आप रिमोट सेंसिंग सैटेलाइट की गल की है, आप इनसैट की गल की है। राइट, सो यह काफ़ी इंपॉर्टेंट है, ये चीज़ां पुछियां जांदियां होंगियां। राइट, सो बेसिकली यह कम्युनिकेशन सैटेलाइट है, तो वह भी पहला एंड एक्सपैरीमेंटल। राइट, सो ये काफ़ी इंपॉर्टेंट है। सो कम्युनिकेशन सैटेलाइट जिहड़ा सीगा ओह किहड़ा सी, एप्पल सीगा। राइट, तो कदों यह लॉन्च किया गया, 19 जून 1981 या 88 या 84 तो या फिर 90, तो यदा जिहड़ा आंसर आ जाऊगा जी 19 जून 1981। राइट, तुसीं एक मैं एंड दे विच स्लाइड्स दिखाऊंगा तुहानूं, ये लगातार ही है, ये कोई रट्टे वाली गल नहीं हैगी, ये लगातार है। राइट, 1975 है फिर 1981 है। राइट, ये 1979 है फिर 1981 है, फिर आ 1981 है। राइट, सो ये सीक्वेंस दे विच ही है सारा कुछ, आई नहीं हैगा भी पहला आपकी मर्जी के नाल कदों भी लॉन्च कर देंगे, हरेक ये सीरीज़ चलती है। राइट, हो गया। इस तो बाद आ गया एप्पल की फुल फॉर्म। देखो ये क्वेश्चन मेरे पुराने हैं, देखो मैं तो बहुत टाइम के पहला भी करवाए हुए हैं। राइट, चलो खैर, तो एप्पल की फुल फॉर्म जेकर पूछी जाए तो की है भाई, तो एरियन पैसेंजर पेलोड एक्सपैरीमेंट या फिर परपज़ पेलोड एक्सरसाइज या प्रोसैस पेलोड एक्सपैरीमेंट या फिर एगूमेंटेड प्रोसैस पेलोड एक्सरसाइज। सो ऑब्वियस गल है, सौखा गा, तो एरियन पैसेंजर पेलोड एक्सपैरीमेंट। सो ये फुल फॉर्म तुसीं जरूर याद रखनी है, आप मन के चलते हैं भी पेपरों के आ सकता है, समझ लगी भाई। अगला आ गया, कहता हॉटेस्ट प्लैनेट किहड़ा गा, मरकरी है, वीनस है, जुपीटर है, नन ऑफ दीज है। देखो हम प्लैनेट आप प्लैनेटा बारे पढ़ते ही, ऑब्वियस गल है। देखो बहुत सिंपल जी गल है, जिहड़ा सूरज के सब तो नेड़े आ यानी मरकरी सब तो ज़्यादा गर्म ये होना चाहिए, आपां नूं लगदा है, क्योंकि सूरज के सब तो नेड़े वाला ग्रह सब तो ज़्यादा गर्म होना चाहिए, पर वो गर्म है नहीं, यानी कि वीनस है। यानी कि वीनस आ जिहड़ा कि सब तो ज़्यादा आप कहने गर्म है, क्यों, क्योंकि यदा अपना एटमोसफेयर है नहीं गा। सो जिहड़ा कार्बन डाइऑक्साइड है बेसिकली बहुत ज़्यादा है इत्थे। राइट, बहुत ज़्यादा है तो जिहड़ा बड़ा थिक एटमोसफेयर है, सॉरी मैं बोल गया। सो कहने का मतलब की है कि जिहड़ा कार्बन डाइऑक्साइड उसनूं सोखी जाती है बहुत सारा इत्थे 95% के करीब जिहड़ी कार्बन डाइऑक्साइड है, उस करके जिहड़ी हीट है बेसिकली उन्होंने अबजॉर्ब करी जाते हैं, छड्डदा है नहीं। राइट, सो इस करके इत्थे बहुत 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 ज़्यादा जिहड़ा तुसीं कह सकते हो भी गर्मी है। देखो हुण बहुत सिंपल जी गल है जिहड़ी मैं स्टार्टिंग दे विच दसी है कि जिवें सोलर सिस्टम है आ अपना सन है, तो सन के सब तो नेड़े वाला जदों सब तो ज़्यादा गर्म होना चाहिए, आपां नूं लगदा एवें, हालांकि वो गर्म है नहीं, तो दूजा ग्रह है जिहड़ा बेसिकली वो सब तो ज़्यादा गर्म है। सेम आपां नूं 8 ग्रहां दे विचों लगदा है कि जिहड़ा सब तो दूर होऊगा वो सब तो ज़्यादा ठंडा होऊगा, जिहड़ा सब तो दूर होऊगा सब तो ज़्यादा ठंडा होऊगा, पर वो सब तो ज़्यादा ठंडा नहीं हैगा, उस तो मूरला जिहड़ा हैगा बेसिकली वो सब तो ज़्यादा ठंडा गा। सो ये
ऑबवियस गल है जेकर हुण तुहानूं मान लो पुछ लिया जाए कि भाई मरकरी है जी, आह वीनस आ जी, अर्थ है, इत्थों क्वेश्चन पूछे जाते ही जाते हैं। हुण अर्थ की जिहड़ी भैन है वह वीनस है, कारण की है कि यह अर्थ की शेप वर्गी है, लगभग साइज़ भी जिहड़ा हैगा सेम है, राइट है। उस तो बाद मार्स आ गया, राइट है। फिर आप उस तो बाद जुपिटर जिहड़ा कि सब तो वड्डा आ गया, राइट है। फिर आप उस तो बाद गलबात करते यूरेनस की, फिर आप गलबात करते सैटरन की, है ना। फिर नैपचून आ जाता। सो बेसिकली ये चीज़ां जिहड़ियां हैगियां मैटर करदियां, क्योंकि ऑबवियस गल है इत्थों क्वेश्चन बहुत ज़्यादा पूछे जाते हैं, राइट है। सो यह जरूर तुसीं याद रखना है, काफ़ी इंपॉर्टेंट है। इस तो बाद आप जेकर गलबात करिए, अच्छा आ जिहड़ा मैं हुण तक सीक्वेंस पढ़ाया, इत्थे सीक्वेंस तो भी क्वेश्चन पूछे जाते हैं, राइट है। जिवें कि फॉर एग्जाम्पल आप 1975 की गलबात करिए तो 1975 के आर्यभट्ट जिहड़ा सब तो पहला इंडिया का सैटेलाइट लॉन्च किया गया, राइट है। फिर 1979 के भास्कर पहला जिहड़ा कि रिमोट सेंसिंग एक्सपैरीमेंटल पहला अपना सीगा, राइट है। फिर दूसरा किया गया भास्कर 2 1981 के, आप पढ़ लिया। इस तो बाद 1981 की सीरीज़ के ही आउंदा जून के एप्पल सीरीज़ जिहड़ी कि एरियन पैसेंजर पेलोड एक्सपैरीमेंट आप ये भी पढ़ लिया, राइट है। फिर 1984 के आप राकेश शर्मा की गल करते हैं कि राकेश शर्मा के नाल एक रवीश मल्होत्रा भी आप पढ़िया है, सुएज जिहड़ा सीगा T11 जिहड़ा कि इंडो सोवियत का यानी कि एक जॉइंट हो सीगा, की कहते होंगे उन्होंने मिशन सीगा, राइट। फिर 1987 के आप पढ़िया ASLV, राइट, 1987 के लॉन्च होया। फिर उस तो बाद 1988 के IRS पहला हो गया, 1991 के IRS यानी कि जो पहला का मतलब B हो गया, 1B हो गया। सो ये सीरीज़ देखो सीक्वेंस लग गया ना पता। सो यही आप क्वेश्चन किया, इतों हम क्वेश्चन किन्ने ही पूछे आपको जा सकते हैं, समझ लगी भाई। सो यह चीज़ जरूर तुसी जिहड़ी हैगी आ पढ़नी है, एक बार नोट भावें कर लो। ठीक हो गया भाई। अगला अच्छा हम नैशनल सॉन्ग है, नैशनल एंथम है, नैशनल फ्लैग आ, इतों क्वेश्चन पक्का पूछे जाते हैं। जिवें हम नैशनल सॉन्ग की आप गलबात करिए तो नैशनल सॉन्ग अपना है जी वंदे मातरम, जिसका मीनिंग अपन बहुत बार पूछा जाता। मीनिंग यदा है आई बो टू द मदर, ऑबवियस गल है मदर आप झुकते हैं बेसिकली, राइट। सो यह एक पोएम है जी कि 1882 के आनंद मठ तो ली गई है। जोड़ा मैं अंडरलाइन करी जाऊँगा यदा मतलब वो काफ़ी ज़्यादा इंपॉर्टेंट है, तो पेपर से पूछा जा सकता है, राइट। सो वंदे मातरम अपना नैशनल सॉन्ग 1882 के इसनों लिया गया, किहड़ी पोएम के लिया गया, आनंद मठ के लिया गया। सो ये तुसीं जरूर याद रखना, आनंद मठ के लिया गया, किहदे द्वारा लिखा गया, बंकम चंद्र चैटर्जी द्वारा, या चट्टोपाध्याय भी कहते हैं आप, बंकम चंद्र चट्टोपाध्याय द्वारा बेसिकली इसनों लिया गया, राइट। लिखा कास्ट गया है बंगाली के एज वैल एज इन संस्कृत लिखा गया। कंपोज पहली बार जो किया गया यानी यदा म्यूजिक जो कंपोज किया गया वो किहदे द्वारा किया गया, जादूनाथ भट्टाचार्य द्वारा। ये काफ़ी इंपॉर्टेंट है, कंपोजिंग क्योंकि पूछी जाती होंगी नैशनल एंथम तो नैशनल सॉन्ग की, ठीक है। जोड़ा है जादूनाथ भट्टाचार्य इन्होंने द्वारा कंपोज किया गया। पहली बार गाया किहदे द्वारा गया, रविंद्रनाथ टैगोर द्वारा गाया गया। कित्थे गाया गया, कलकत्ता सैशन 1896 के गाया गया, 1896 सैशन के कलकत्ता सैशन के गाया गया, राइट। इतने लिखा कलकत्ता सैशन नहीं लिखा पर उन्होंने तुसीं याद कर लो, ठीक है ना। कलकत्ता सैशन सीगा क्योंकि नैशनल सॉन्ग तो नैशनल एंथम दोनों ही कलकत्ता सैशन के गाए गए 1896 राइट ऑफ द इंडियन नैशनल कांग्रेस 1950 के बेसिकली ये दो पहले वर्सिस आ जोड़े है ना, इस सॉन्ग के पहले दो वर्सिस उसनों ऑफिशियली स्टेटस मिल गया जिन्होंने आप नैशनल सॉन्ग ऑफ इंडिया कहने। यानी ये पूछा जाता होंगे भी जोड़ा आनंद मठ के नैशनल सॉन्ग आप अडॉप्ट किया गया वो किन्ने वर्स आप अडॉप्ट किया, तो वो पहले दो वर्स आप चुके हैं। गाना तो बहुत लंबा, राइट, पहले दो वर्स ही आप चुके हैं। तो 20 नवंबर 1909 के यह कंप्लीट पोएम को इंग्लिश के ट्रांसलेट किया, किने किया सीगा, श्री अरबिंदो घोष ने, ठीक है। सो ये काफ़ी इंपॉर्टेंट है, श्री अरबिंदो ने इंग्लिश के ट्रांसलेट करके एक न्यूज़पेपर सीगा उहदे विच इसनूं पाया सी, वो न्यूज़पेपर का नाम की सीगा कर्मयोगी, राइट। सो ये काफ़ी चीज़ें इंपॉर्टेंट है, मैं अंडरलाइन दोबारा सारा कुछ दस दिना कि नैशनल सॉन्ग अपना वंदे मातरम 1882 के बेसिकली यह जोड़ा यानी आनंद मठ के लिया गया सीगा, बंकम चंद्र चैटर्जी जी द्वारा बंगाली संस्कृत लिखा गया, कंपोज किया गया जादूनाथ भट्टा जी द्वारा, रविंद्रनाथ टैगोर जी द्वारा 1896 कलकत्ता सैशन के पहली बार यह गाया गया। 2 वर्सिस जोड़े ये पहले लए गए आ, अरबिंदो ने 1909 के ट्रांसलेट करके इसमें एक न्यूज़पेपर के पाया से जिसका नाम है कर्मयोगी, राइट हो गया। इस तो बाद जेकर मैं नैशनल एंथम की गल करा तो नैशनल एंथम अपना जनगण मन है। नैशनल एंथम रविंद्रनाथ टैगोर जिन्होंने 1913 के गीतांजलि पिछे, गीतांजलि एक इन्हों की
ਜਿਹੜੀ ਹੈਗੀ ਸੀਗੀ ਮਤਲਬ ਰਿਟਨ ਲਿਟਰੇਚਰ ਸੀਗੀ, ਰਾਈਟ, ਪੋਇਮ ਸੀਗੀ ਬੇਸਿਕਲੀ, ਇਹਦੇ ਪਿੱਛੇ ਇਹਨਾਂ ਨੂੰ ਨੋਬਲ ਪ੍ਰਾਈਜ਼ ਮਿਲਿਆ ਸੀ, ਰਾਈਟ। ਰਵਿੰਦਰਨਾਥ ਟੈਗੋਰ ਨੂੰ 1913 ਦੇ ਵਿੱਚ ਪਹਿਲੇ ਰਵਿੰਦਰਨਾਥ ਟੈਗੋਰ ਜਿਨ੍ਹਾਂ ਨੂੰ ਇੰਡੀਅਨ ਯਾਨੀ ਕਿ ਜਿਨ੍ਹਾਂ ਨੂੰ ਨੋਬਲ ਪ੍ਰਾਈਜ਼ ਮਿਲਿਆ, ਰਾਈਟ। ਸੋ ਐਂਥਮ ਆ ਜਿਹੜਾ ਓਬਵੀਅਸ ਗੱਲ ਹੈ ਇਹ ਕਾਸ਼ ਦੇ ਵਿੱਚ ਲਿਖਿਆ ਗਿਆ ਸੀਗਾ, ਇਹ ਬੰਗਾਲੀ ਸੰਸਕ੍ਰਿਤ ਵਿੱਚ ਲਿਖਿਆ ਗਿਆ ਸੀਗਾ। ਤੇ ਜਿਵੇਂ ਆਪਾਂ ਨੈਸ਼ਨਲ ਸੌਂਗ ਦੀ ਗੱਲ ਕੀਤੀ ਹੈ ਕਿ ਇਹਦੇ ਪਹਿਲੇ 2 ਵਰਸਿਸ ਚੱਕੇ ਆ, ਉਸੇ ਤਰੀਕੇ ਦੇ ਨਾਲ ਇਹ ਵੀ ਪਹਿਲੇ 5 ਇਹਦੇ ਵਰਸਿਸ ਚੱਕੇ ਗਏ ਸੀ, ਯਾਨੀ ਪਹਿਲੇ 5 ਸਟੈਂਜੇ ਆ ਜਿਹੜੇ ਉਹ ਚੱਕੇ ਗਏ ਸੀ। ਕਿੱਥੋਂ ਚੱਕੇ ਗਏ ਸੀ? ਬ੍ਰਹਮੋ ਹੇਮ ਦੇ ਵਿੱਚੋਂ। ਜਿਵੇਂ ਆਪਾਂ ਨੈਸ਼ਨਲ ਸੌਂਗ ਦੀ ਗੱਲ ਕੀਤੀ ਆ ਕਿ ਉਹ ਆਨੰਦ ਮੱਠ ਦੇ ਵਿੱਚੋਂ ਲਿਆ ਗਿਆ, ਉਸੇ ਤਰੀਕੇ ਦੇ ਨਾਲ ਇੱਕ ਬ੍ਰਹਮੋ ਹੇਮ ਹੈ, ਰਾਈਟ, ਉਹਦੇ ਵਿੱਚੋਂ ਪਹਿਲੇ 5 ਸਟੈਂਜੇ ਆ ਜਿਹੜੇ ਕਿ ਇਹਦੇ ਲਏ ਗਏ ਆ, ਯਾਨੀ ਕਿ ਜਨਗਣ ਮਨ ਦੇ, ਰਾਈਟ। ਕੰਪੋਜ਼ ਕਿਹਦੇ ਦੁਆਰਾ ਕੀਤਾ ਗਿਆ? ਰਵਿੰਦਰਨਾਥ ਟੈਗੋਰ ਹਿਮਸੈਲਫ ਦੁਆਰਾ ਕੀਤਾ ਗਿਆ, ਯਾਨੀ ਆਪਣੇ ਵੱਲੋਂ। ਤੇ ਇਹ ਵੀ ਕਲਕੱਤਾ ਸੈਸ਼ਨ ਦੇ ਵਿੱਚ ਗਾਇਆ ਗਿਆ ਸੀ, ਪਰ ਇਹ ਗਾਇਆ ਗਿਆ ਸੀ 27 ਦਸੰਬਰ 1911 ਨੂੰ। 1911 ਦੇ ਵਿੱਚ ਇਹ ਗਾਇਆ ਗਿਆ ਸੀ। 1896 ਦੇ ਵਿੱਚ ਨੈਸ਼ਨਲ ਸੌਂਗ ਆਪਣਾ ਵੰਦੇ ਮਾਤਰਮ, ਰਾਈਟ ਹੋ ਗਿਆ। ਸੋ ਕਲਕੱਤਾ ਸੈਸ਼ਨ ਦੇ ਵਿੱਚ ਗਾਇਆ ਗਿਆ ਸੀਗਾ। ਤੇ ਨੈਸ਼ਨਲ ਕਾਂਗਰਸ ਵੱਲੋਂ ਯਾਨੀ ਕਿ ਇਸ ਨੂੰ ਅਡਾਪਟ ਜਿਹੜਾ ਕੀਤਾ ਗਿਆ ਉਹ ਨੈਸ਼ਨਲ ਐਂਥਮ ਨੂੰ ਉਹ 24 ਜਨਵਰੀ 1950 ਦੇ ਵਿੱਚ ਕੀਤਾ ਗਿਆ। ਐਂਡ ਨੈਸ਼ਨਲ ਜਿਹੜਾ ਸੌਂਗ ਆਪਾਂ ਨੂੰ ਉਸ ਨੂੰ ਵੀ ਸੇਮ ਡੇਟ ਹੀ ਕੀਤਾ ਗਿਆ, ਯਾਨੀ ਨੈਸ਼ਨਲ ਸੌਂਗ ਤੇ ਨੈਸ਼ਨਲ ਐਂਥਮ ਨੂੰ 24 ਜਨਵਰੀ 1950 ਨੂੰ ਆਪਣੀ ਕੌਂਸਟੀਟਿਊਸ਼ਨ ਅਸੈਂਬਲੀ ਨੇ ਅਡਾਪਟ ਕਰ ਲਿਆ ਸੀ, ਰਾਈਟ ਹੋ ਗਿਆ। ਐਂਡ ਇਹ ਵੀ ਪਬਲਿਸ਼ ਕੀਤਾ ਗਿਆ ਸੀ ਸੇਮ ਉਸੇ ਤਰੀਕੇ ਦੇ ਨਾਲ ਜਿਵੇਂ ਕਰਮਯੋਗੀਨ ਇੱਕ ਵੀਕਲੀ ਨਿਊਜ਼ਪੇਪਰ ਹੈ ਜਿਹਦੇ ਵਿੱਚ ਸ੍ਰੀ ਅਰਬਿੰਦੋ ਨੇ ਇੰਗਲਿਸ਼ ਦੇ ਵਿੱਚ ਟ੍ਰਾਂਸਲੇਟ ਕਰਕੇ ਇਸ ਨੂੰ ਪਬਲਿਸ਼ ਕੀਤਾ ਸੀ, ਉਸੇ ਤਰੀਕੇ ਦੇ ਨਾਲ ਨੈਸ਼ਨਲ ਐਂਥਮ ਵੀ ਪਬਲਿਸ਼ ਕੀਤਾ ਗਿਆ। ਇੱਕ ਟਾਈਟਲ ਦੇ ਕੀਤਾ ਗਿਆ ਸੀਗਾ, ਉਹਦਾ ਟਾਈਟਲ ਦਾ ਨਾਮ ਸੀਗਾ ਭਾਰਤ ਵਿਦਾਤਾ। ਇਹ ਟਾਈਟਲ ਦਾ ਨਾਮ ਵੀ ਪੁੱਛਿਆ ਜਾਂਦਾ ਹੁੰਦਾ। ਤੇ ਕਿਹੜੀ ਪੱਤਰਿਕਾ ਸੀ ਜਿਹਦੇ ਵਿੱਚ ਇਸ ਨੂੰ ਪਾਇਆ ਗਿਆ ਸੀਗਾ, ਪਬਲਿਸ਼ ਕੀਤਾ ਗਿਆ ਸੀ, ਉਹਦਾ ਨਾਮ ਸੀਗਾ ਤਤਵਾਬਧੀਨੀ ਪੱਤਰਿਕਾ 1912 ਦੇ ਵਿੱਚ, ਰਾਈਟ। ਸੋ ਯਾਦ ਰੱਖਣਾ 1909 ਦੇ ਵਿੱਚ ਨੈਸ਼ਨਲ ਸੌਂਗ ਨੂੰ ਕੀਤਾ ਗਿਆ ਸੀਗਾ, ਰਾਈਟ। 1909 ਦੇ ਵਿੱਚ ਨੈਸ਼ਨਲ ਸੌਂਗ ਨੂੰ ਕੀਤਾ ਗਿਆ ਸੀ ਕਰਮਯੋਗੀ ਨਿਊਜ਼ਪੇਪਰ ਦੇ ਵਿੱਚ, ਯਾਨੀ ਪਬਲਿਸ਼ ਕੀਤਾ ਗਿਆ ਸੀ। ਤੇ ਤਤਵਾਬਧੀਨੀ ਪੱਤਰਿਕਾ ਦੇ ਵਿੱਚ 1912 ਦੇ ਵਿੱਚ ਇਸ ਨੂੰ ਪਬਲਿਸ਼ ਕੀਤਾ ਗਿਆ ਤੇ ਜਿਹਦਾ ਟਾਈਟਲ ਸੀਗਾ ਭਾਰਤ ਵਿਦਾਤਾ, ਰਾਈਟ। ਉਸ ਨੂੰ ਆਨੰਦ ਮੱਠ ਚੋਂ ਲਿਆ ਗਿਆ ਸੀਗਾ, ਇਸ ਨੂੰ ਲਿਆ ਗਿਆ ਬ੍ਰਹਮੋ ਹੇਮ ਦੇ ਵਿੱਚੋਂ, ਠੀਕ ਆ ਭਾਈ। ਸੋ ਇਹ ਇੱਕ ਦੂਸਰੇ ਨਾਲ ਰਿਲੇਟ ਕਰਵਾਤੇ ਕਿਉਂਕਿ ਇੱਥੋਂ ਕੁਐਸਚਨ ਪੱਕਾ ਪੁੱਛੇ ਜਾਂਦੇ ਆ। ਕੁਐਸਚਨ ਮੈਂ ਪੁੱਛੂੰਗਾ ਐਂਡ ਤੇ, ਮੈਂ ਦੱਸ ਹੀ ਰਿਹਾ ਐਂਡ ਤੇ ਕੁਐਸਚਨ ਆਉਣਗੇ। ਨੈਸ਼ਨਲ ਫਲੈਗ ਦੀ ਜੇਕਰ ਗੱਲ ਕਰੀਏ ਤਾਂ ਨੈਸ਼ਨਲ ਫਲੈਗ ਤੋਂ ਜਦੋਂ ਨੈਸ਼ਨਲ ਫਲੈਗ ਨੂੰ ਬੇਸਿਕਲੀ ਓਬਵੀਅਸ ਗੱਲ ਹੈ ਤੁਹਾਨੂੰ ਪਤਾ ਕਿ ਸਭ ਤੋਂ ਪਹਿਲਾਂ ਉਸ ਨੂੰ ਲਹਿਰਾਇਆ ਕਦੋਂ ਗਿਆ ਇਹ ਪੁੱਛਿਆ ਜਾਂਦਾ ਹੁੰਦਾ। ਤਾਂ 1929 ਦਾ ਲਾਹੌਰ ਦਾ ਸੈਸ਼ਨ ਸੀਗਾ ਜਿਹਦੇ ਵਿੱਚ ਸਭ ਤੋਂ ਪਹਿਲਾਂ ਲਹਿਰਾਇਆ ਗਿਆ ਤਿਰੰਗਾ ਆਪਣਾ, ਰਾਈਟ। ਕਦੋਂ ਲਹਿਰਾਇਆ ਗਿਆ ਸੀਗਾ? ਤਾਂ ਉਹ ਲਹਿਰਾਇਆ ਗਿਆ ਸੀ 26 ਜਨਵਰੀ 1930। ਇੱਥੇ ਕਨਫਿਊਜ਼ ਨਹੀਂ ਹੋਣਾ, ਸਭ ਤੋਂ ਪਹਿਲਾਂ ਯਾਨੀ ਕਿ ਲਹਿਰਾਇਆ ਕਦੋਂ ਗਿਆ ਸੀ ਜੇਕਰ ਡੇਟ ਪੁੱਛੀ ਜਾਵੇ ਤਾਂ 26 ਜਨਵਰੀ 1930 ਆ। ਪਰ ਇਹ ਸੈਸ਼ਨ ਕਿਹੜਾ ਸੀਗਾ? ਸੈਸ਼ਨ ਇਹ 1929 ਵਾਲਾ ਸੀ ਕਿਉਂਕਿ ਦਸੰਬਰ ਦੇ ਵਿੱਚ ਚੱਲ ਪੈਂਦਾ, ਫਿਰ ਦਸੰਬਰ ਤੋਂ ਲੈ ਕੇ ਜਨਵਰੀ ਫਰਵਰੀ ਤੱਕ ਇਹ ਸੈਸ਼ਨ ਚੱਲਦਾ ਸੀਗਾ। ਤਾਂ ਓਬਵੀਅਸ ਗੱਲ ਹੈ ਦਸੰਬਰ ਤੋਂ ਬਾਅਦ ਤਾਂ ਜਨਵਰੀ ਆਊਗਾ, ਯਾਨੀ ਅਗਲਾ ਸਾਲ ਆ ਜਾਂਦਾ। ਤਾਂ ਇਸ ਕਰਕੇ 1930 ਆਉਂਦਾ। ਕਈ ਵਾਰੀ 26 ਜਨਵਰੀ ਆਪਾਂ 1929 ਲਾ ਜਾਂਦੇ ਕਿਉਂਕਿ ਆਪਾਂ ਨੂੰ ਭੁਲੇਖਾ ਹੁੰਦਾ ਕਿ 1929 ਸੈਸ਼ਨ ਦੇ ਵਿੱਚ ਇਹ ਕੀਤਾ ਗਿਆ ਸੀ, ਯਾਨੀ ਫੈਲਾਇਆ ਗਿਆ ਸੀ, ਪੂਰਨ ਸਵਰਾਜ ਦੀ ਮੰਗ ਕੀਤੀ ਸੀ ਨਾ, ਰਾਈਟ। ਸੋ 26 ਜਨਵਰੀ 1930 ਨੂੰ ਇਹ ਲਹਿਰਾਇਆ ਗਿਆ ਸੀ, ਪਰ ਸੈਸ਼ਨ ਕਿਹੜਾ ਸੀਗਾ? ਲਾਹੌਰ ਸੈਸ਼ਨ 1929 ਵਾਲਾ ਸੀ, ਰਾਈਟ। ਅਤੇ ਜਿਹੜੇ ਪ੍ਰਧਾਨ ਮੰਤਰੀ ਉਸ ਟਾਈਮ ਤੇ ਉਸ ਸੈਸ਼ਨ ਦੇ ਪ੍ਰੈਜ਼ੀਡੈਂਟ ਕੌਣ ਸੀਗੇ ਜਿਹੜੇ ਬਾਅਦ ਦੇ ਵਿੱਚ ਪ੍ਰਧਾਨ ਮੰਤਰੀ ਬਣੇ? ਜਵਾਹਰ ਲਾਲ ਨਹਿਰੂ। ਤੇ ਜਵਾਹਰ ਲਾਲ ਨਹਿਰੂ ਨੇ ਇੱਕ ਸਟੇਟਮੈਂਟ ਦਿੱਤੀ ਸੀ ਨੈਸ਼ਨਲ ਫਲੈਗ ਨੂੰ ਲੈ ਕੇ। ਉਹਨਾਂ ਨੇ ਕਿਹਾ ਸੀ ਇਹ ਫਲੈਗ ਆ ਜਿਹੜਾ ਨਾਟ ਓਨਲੀ ਫॉर ਫਰੀडम, ਨਾਟ ਓਨਲੀ ਆ ਫਰੀडम ਫॉर ਆਵਰ ਸੈਲਫ ਬਟ ਸਿੰਬਲ ਹੈ ਇਹ ਫਰੀडम ਟੂ ਆਲ ਦਾ ਪੀਪਲ, ਰਾਈਟ। ਯਾਨੀ ਕਹਿਣ ਦਾ ਮਤਲਬ ਵੀ ਆਪਣੀ ਸਾਰਿਆਂ ਦੀ ਆਜ਼ਾਦੀ ਦਾ ਇੱਕ ਸਿੰਬਲ ਹੈ। ਸੋ ਇਹ ਸਟੇਟਮੈਂਟ ਕਿਹਨੇ ਦਿੱਤੀ ਆ? ਇਹ ਕੁਐਸਚਨ ਵੀ ਪੇਪਰਾਂ ਦੇ ਵਿੱਚ ਪੁੱਛਿਆ ਜਾਂਦਾ ਹੁੰਦਾ ਹੈ, ਸੋ ਯਾਦ ਰੱਖਣਾ, ਠੀਕ ਹੈ। ਇੱਕ ਨੈਸ਼ਨਲ ਜਿਹੜਾ ਫਲੈਗ ਹੈ ਕਦੋਂ ਲਹਿਰਾਇਆ ਗਿਆ ਸੀ ਇਹ ਕੁਐਸਚਨ ਬਹੁਤ ਪੁੱਛਿਆ ਜਾਂਦਾ। ਇੱਕ ਪੁੱਛਿਆ ਜਾਂਦਾ ਹੁੰਦਾ ਵੀ ਇਸ ਫਲੈਗ ਦੀ ਵਿਡਥ ਟੂ ਲੈਂਥ ਕਿੰਨੀ ਹੈ, ਯਾਨੀ ਜਿਹੜੀ ਵਿਡਥ ਹੈ ਤੇ ਲੈਂਥ ਦੀ ਜਿਹੜੀ ਰੇਸ਼ੋ ਆ ਉਹ ਕਿੰਨੀ ਆ। ਦੇਖੋ ਲੈਂਥ ਹਮੇਸ਼ਾ ਲੰਬੀ ਹੁੰਦੀ ਆ, ਸੋ ਇਸ ਕਰਕੇ ਵਿਡਥ ਪਹਿਲਾਂ ਆਊਗੀ ਤੇ ਜਿਹੜੀ ਲੈਂਥ ਆ ਉਹ ਬਾਅਦ ਚ, ਯਾਨੀ ਕਿ ਲੈਂਥ ਆਪਾਂ ਨੂੰ ਕਿਉਂਕਿ ਪੇਪਰਾਂ ਦੇ ਵਿੱਚ ਕਈ ਵਾਰੀ ਲੈਂਥ ਟੂ ਬ੍ਰੈਡਥ ਵੀ ਪੁੱਛ ਲੈਂਦੇ ਆ, ਲੈਂਥ ਟੂ ਬ੍ਰੈਡਥ। ਜੇ ਆਪਾਂ ਨੂੰ ਪਹਿਲਾਂ ਲੈਂਥ ਪੁੱਛ ਲਈ ਫਿਰ ਆਪਾਂ 3:2 ਕਹਿ ਦਾਂਗੇ, ਰੇਸ਼ੋ ਉਲਟ ਹੋ ਜਾਊਗੀ, ਰਾਈਟ। ਜੇ ਆਪਾਂ ਨੂੰ ਵਿਡਥ ਟੂ ਲੈਂਥ ਪੁੱਛੀਏ ਤਾਂ ਆਪਾਂ 2:3। ਨਿੱਕੇ ਨਿੱਕੇ ਚੀਜ਼ਾਂ ਕਈ ਵਾਰੀ ਆਪਾਂ ਧਿਆਨ ਨਾਲ ਯਾਨੀ ਕਿ ਕੁਐਸਚਨ ਨੂੰ ਦੇਖਣਾ ਜ਼ਰੂਰ ਹੈ, ਕਿਵੇਂ ਵੀ ਪੁੱਛਿਆ ਜਾ ਸਕਦਾ। ਤੇ ਓਬਵੀਅਸ ਗੱਲ ਹੈ ਇਹਦੇ ਵਿੱਚ 3 ਕਲਰ ਹੈ ਜਿਨ੍ਹਾਂ ਨੂੰ ਆਪਾਂ ਟਰਾਈ ਕਲਰ ਕਹਿੰਦੇ ਆ। ਇਹਨਾਂ ਤਿੰਨਾਂ ਕਲਰਾਂ ਦਾ ਆਪਣਾ ਆਪਣਾ ਯੋਗਦਾਨ ਹੈ, ਯਾਨੀ ਮਹੱਤਵ ਹੈ। ਯੋਗਦਾਨ ਕੀ ਹੈ? ਹੁਣ ਆਪਾਂ ਸੈਫਰਨ ਦੀ ਗੱਲ ਕਰੀਏ ਤਾਂ ਸੈਫਰਨ ਦਾ ਮਤਲਬ ਹੁੰਦਾ ਕਰੇਜ, ਯਾਨੀ ਦਲੇਰੀ। ਬੇਸਿਕਲੀ ਕਰੇਜ ਤੇ ਸੈਕਰੀਫਾਈਸ ਦੋਨੇ ਚੀਜ਼ਾਂ ਹੀ ਆ, ਰਾਈਟ। ਕਰੇਜ ਐਂਡ ਸੈਕਰੀਫਾਈਸ ਆਪਣਾ ਸੈਫਰਨ ਕਲਰ ਡਿਨੋਟ ਕਰਦਾ। ਵਾਈਟ ਹੈ ਜਿਹੜਾ ਉਹ ਪੀਸ ਨੂੰ ਡਿਨੋਟ ਕਰਦਾ, ਰਾਈਟ। ਸੋ ਓਨੈਸਟੀ ਹੋ ਗਈ ਤੁਹਾਡੀ, ਪੀਸ ਹੋ ਗਿਆ, ਪਿਓਰਿਟੀ ਹੋ ਗਈ, ਉਸ ਨੂੰ ਇਹ ਹਾਈਲਾਈਟ ਕਰਦਾ, ਉਸ ਨੂੰ ਡਿਨੋਟ ਕਰਦਾ। ਆਪਣੇ ਕੰਟਰੀ ਦੇ ਵਿੱਚ ਪੀਸ ਬਣਿਆ ਰਵੇ ਉਸ ਨੂੰ ਮੇਨਟੇਨ ਕਰਨ ਦੇ ਵਿੱਚ, ਯਾਨੀ ਕਿ ਇਹ ਜਿਹੜਾ ਹੈਗਾ ਇਹਦਾ ਯਾਨੀ ਮਹੱਤਵ ਹੈ। ਇਸ ਤੋਂ ਬਾਅਦ ਗ੍ਰੀਨ ਦੀ ਆਪਾਂ ਗੱਲ ਕਰੀਏ ਤਾਂ ਗ੍ਰੀਨ ਲਾਈਟ, ਜਿਵੇਂ ਆਪਾਂ ਰੈੱਡ ਲਾਈਟ ਕਹਿੰਦੇ ਆ, ਗ੍ਰੀਨ ਲਾਈਟ। ਗ੍ਰੀਨ ਲਾਈਟ ਦਾ ਮਤਲਬ ਹੁੰਦਾ ਅੱਗੇ ਵਧਣਾ, ਯਾਨੀ ਪ੍ਰੋਗਰੈਸ, ਯਾਨੀ ਗਰੋਥ, ਰਾਈਟ। ਤਾਂ ਪ੍ਰੋਸਪੈਰਿਟੀ ਹੋ ਗਿਆ, ਵਾਈਬ੍ਰੈਂਸੀ ਹੋ ਗਿਆ, ਲਾਈਫ, ਯਾਨੀ ਇਹ ਦਰਸਾਉਂਦਾ ਗਾ ਆਪਣਾ ਹਰਾ ਕਲਰ ਗ੍ਰੀਨ,
राइट। सो ये काफ़ी इंपॉर्टेंट है। इस तो बाद आप जेकर गलबात करिए तो हम क्वेश्चन देखो सीधा सीधा तुम करोगे कि नैशनल एंथम किहदे द्वारा लिखा गया। तो नैशनल एंथम ऑब्वियस गल है रविंद्रनाथ टैगोर जी द्वारा जोड़ा है लिखा गया। हुण इत्थे कन्फ्यूज नहीं होना क्योंकि बंकिम चंद्र चटर्जी द्वारा चट्टोपाध्याय द्वारा जो नैशनल सॉन्ग लिखा गया जोड़ा कि वंदे मातरम है। अपना नैशनल एंथम जनगण मन रविंद्रनाथ टैगोर जी द्वारा लिखा गया। रविंद्रनाथ टैगोर ने जदों ये लिखा सीगा तो ऑब्वियस गल उदों बांग्लादेश पाकिस्तान भी सीगा, पर हुण बांग्लादेश का जोड़ा है वो अड्ड है। एंड वो भी बांग्लादेश का भी जोड़ा नैशनल एंथम है वो भी जोड़ा है रविंद्रनाथ टैगोर जी द्वारा लिखा गया, आमर सुनार बांगला। राइट। सो ये तुसीं याद रख सकते क्योंकि ये पूछा जाता हुंदा आमर सुनार बांगला। राइट है। सो ये भी जोड़ा है रविंद्रनाथ टैगोर जी द्वारा ही लिखा गया। ठीक है। रविंद्रनाथ टैगोर जी को गुरुदेव भी कहा जाता है। सो ये याद रखना गुरुदेव, गुरुदेव। ठीक है। गुरुदेव तो इन्हों एक होर नाम के नाल भी बार्ड ऑफ बंगाल। सो ये काफ़ी इंपॉर्टेंट है बार्ड ऑफ बंगाल। 1913 के इन्होंने नोबल प्राइज़ मिला सीगा, किहदे पिछे मिलिया सीगा गीतांजलि। सो ये चीज़ां जिहड़ियां हैगियां भाई सारियां इंपॉर्टेंट बनदियां ने। समझ लगी। चलो आप अगले सैशन अगले क्वेश्चन पर आने कहना इन विच लैंगुएज इज़ द नैशनल एंथम रिटन ओरिजिनली। तो ओरिजिनली किस दे विच लिखा गया सीगा? तो ओरिजिनली लिखा गया सीगा जी इंग्लिश बंगाली दे विच, बंगाली संस्कृति में। ठीक है। सो याद रखना काफ़ी इंपॉर्टेंट है। इस तो बाद आप गलबात करिए तो पहले 5 स्टैंजे ऑफ नैशनल एंथम वर टेकन फ्रॉम, यानी जो नैशनल एंथम अपना जनगण मन है वो पहले 5 स्टैंजे ले गए हैं। लए कितों आनंद मठ चो ले, ब्रह्मो हेम चो ले, ऋग्वेद चो ले, या ब्रह्मो गायत्री चो ले, तो ब्रह्मो हेम दे विचों ले। आनंद मठ चो आप नैशनल सॉन्ग लिया, वंदे मातरम लिया, तो वो भी आप किहड़े ले पहले 2 वर्स, पहले 2 वर्स ले। राइट। सो ये काफ़ी इंपॉर्टेंट है। यानी ब्रह्मो हेम दे विचों बेसिकली आप जो है जनगण मन लिया पहले 5 स्टैंजे। राइट हो गया। इस तो बाद वैन वाज द नैशनल एंथम संग फॉर द फर्स्ट टाइम, यानी नैशनल एंथम जो सब तो पहला गाया कदों गया? तो यह नैशनल एंथम सब तो पहला 1911 के गाया गया। तो जे आप गलबात कर लीए 1896 की सीगा, तो 1896 आप नैशनल सॉन्ग गाया सीगा। सैशन दोनों ही कलकत्ता सी, सैशन दोनों ही कलकत्ता सैशन सी। इस तो बाद आ गया नैशनल एंथम वाज ऑफिशियली एक्सैप्टेड बाय एज इंडियन नैशनल एंथम, यानी इन्हू कदों एक्सैप्ट किया गया सी? तो इन्हू किया गया सी 24 जनवरी 1950 ਨੂੰ। तो इन्हू किया गया सी 24 जनवरी 1950 ਨੂੰ सेम नैशनल सॉन्ग ਨੂੰ। राइट। सो याद तुसीं रखना है। नैशनल एंथम ਨੂੰ पहली बार पब्लिश कहता किस नाम से किया गया सी, अंडर वट नेम? देखो पत्रिका नहीं पूछा आपां नूं, आपां पत्रिका तत्वाबधीनी पत्रिका किहड़ी पत्रिका दे विच पब्लिश किया गया सी, ये क्वेश्चन नहीं पूछा। अंडर वट नेम यानी किस नाम से पब्लिश किया गया 1912 के। तो अंतर जो आंसर यदा आजूगा नन ऑफ दीज। तो नन ऑफ दीज का आंसर आजूगा। राइट। आंसर की आऊगा ब्रह्मो हेम, ब्रह्मो हेम। राइट। ब्रह्मो हेम। सो ये नाम से जोड़ा सॉरी इतों तो लिया गया सीगा, ये पहले जोड़े वो सीगे। तो टाइटल का नाम की सीगा भारत विधाता। ठीक है। सो जो ऑप्शन पे होंगे तो तुहाडे अपने आप याद आ जाऊगा। ठीक है। सो ये मैं तुहानूं दिखा भी दिना जी, तुहाडे दिमाग दे विचों निकल भी गया। ठीक है। सो ये किस टाइटल के नाम से सीगा? किस टाइटल के नाम सीगा? भारत विधाता। ठीक है। ब्रह्मो हेम दे विचों लिया गया सीगा। ब्रह्मो हेम कित्थे आ गया? ब्रह्मो हेम दे विचों लिया गया सीगा, जिहड़े पहले 5 स्टैंजे है। सो ये चीज़ां याद रखने काफ़ी इंपॉर्टेंट है। ठीक हो गया। ब्रह्मो हेम दे विचों लिया गया सीगा ते भारत विधाता के टाइटल से यह लिखा गया सी। पत्रिका भी देखो अगले क्वेश्चन के पूछ लिया कि वेयर वाज द नैशनल एंथम पब्लिश्ड फॉर द फर्स्ट टाइम इन जनवरी 2022, यानी कित्थे यह पब्लिश किया गया सी? तो फिर आ जाऊगा जी तत्वाबधीनी पत्रिका, तत्वाबधीनी पत्रिका। तो जी कर्मयोगीन सी जिहदे श्री अरबिंदो ने इंग्लिश के ट्रांसलेट किया। राइट। वो नैशनल सॉन्ग पब्लिश किया गया 1909 के। ठीक हो गया भाई। वेरी वेरी नाइस। ठीक हो गया। चलो हु कार्ड द नैशनल फ्लैग। हुण फ्लैग नूं बेसिकली एक टर्म दी है, यानी स्टेटमेंट दी है फ्लैग नूं लैके भी ये फ्लैग नॉट ओनली फॉर द फ्रीडम बट फ्रीडम फॉर द ऑल पीपल। राइट। सो ये किने स्टेटमेंट दी है? जवाहर लाल नेहरू ने। और ऑब्वियस गल है पहली बार 1929 लाहौर सैशन के जोड़ा है ऑब्वियस गल किया गया, यानी लहराया गया 26 जनवरी 1930 ਨੂੰ। वट इज़ द रेशो ऑफ द विड्थ टू लेंथ? देखो अपन विड्थ टू लेंथ पूछिए तो विड्थ जी 2 है तो लेंथ है जी 3 है। ठीक है। सो आंसर की आ जाऊगा। इस तो बाद आ गया जी वट डज द धर्म चक्कर मीनस? जो धर्म चक्कर है बेसिकली उसका मीनिंग की है? धर्म चक्कर जो आप स्पोक्स पढ़ते हैं बेसिकली कि 24 स्पोक्स आ, उसका मीनिंग जो होंगे जी वो होंगे व्हील ऑफ लॉ। राइट। व्हील ऑफ लॉ, लॉ का चक्कर। ठीक है। व्हील ऑफ लॉ का मीनिंग जरूर याद रखना है। अशोक चक्कर तो लिया आप बेसिकली। सो सैफरन कलर है जो वो किस चीज़ को सिग्नीफाई करता? देखो आप ट्राई कलर के पढ़ते सैफरन वाइट तो ग्रीन। राइट। जो सैफरन कलर है वो करेज तो सैक्रीफाइस को डिनोट करता है। राइट हो गया। इस तो बाद आप जो गल करिए तो कलर जोड़ा कहता कि कलर है जो फेथ तो शिवैलरी है ना,
ਫੇਥ ਤੇ ਸ਼ਿਵੈਲਰੀ ਨੂੰ ਜਿਹੜਾ ਹੈਗਾ ਉਹ ਡਿਨੋਟ ਕਰਦਾ ਹੈ। ਦੇਖੋ ਬਹੁਤ ਸਿੰਪਲ ਜੀ ਗੱਲ ਆ। ਹੁਣ ਜੇ ਤੁਹਾਨੂੰ ਮੈਂ ਥੋੜਾ ਜਿਹਾ ਪਿੱਛੇ ਲੈ ਕੇ ਜਾਵਾਂ ਤਾਂ ਜਦੋਂ ਆਪਾਂ, ਮੈਂ ਤਾਂ ਹੀ ਕਹਿੰਦਾ ਵੀ ਥੋੜਾ ਜਿਹਾ ਧਿਆਨ ਦੇ ਨਾਲ ਪੜ੍ਹਨਾ ਹੈ, ਇਹਦਾ ਸਕਰੀਨਸ਼ਾਟ ਲੈਣਾ ਜ਼ਰੂਰ ਹੈ। ਜਦੋਂ ਸਕਰੀਨਸ਼ਾਟ ਲਓਗੇ ਤਾਂ ਤੁਹਾਨੂੰ ਇੱਥੇ ਹੀ ਸਾਰਾ ਕੁਝ ਮਿਲੂਗਾ। ਦੇਖੋ ਹੁਣ ਵਾਈਟ ਆ ਜਿਹੜਾ ਉਹ ਪੀਸ ਦਿਖਾ ਰਿਹਾ, ਜਦੋਂ ਮੈਂ ਇਹਨੂੰ ਅੰਡਰਲਾਈਨ ਕੀਤਾਗਾ ਇਹ ਤਾਂ ਜਿਹੜੇ ਹੈਗੇ ਬੇਸਿਕਲੀ ਇਹਦੇ ਸਿੰਬਲ ਹੋ ਗਏ, ਯਾਨੀ ਜਿਹਨੂੰ ਆਪਾਂ ਕਹਿੰਦੇ ਆ ਵੀ ਡਿਨੋਟ ਕਰਦੇ ਆ, ਇੱਕ ਆਬਜੈਕਟਿਵ ਹੁੰਦੇ ਆ ਹੈ ਨਾ, ਵੀ ਆਬਜੈਕਟਿਵ ਕੀ ਆ, ਰੀਪ੍ਰੈਜ਼ੈਂਟ ਕਾਸ ਨੂੰ ਕਰਦੇ ਆ। ਤਾਂ ਇੱਥੇ ਲਿਖਿਆ ਹੋਇਆ ਫੇਥ ਤੇ ਸ਼ਿਵੈਲਰੀ, ਠੀਕ ਹੈ। ਸੋ ਥੋੜਾ ਜਿਹਾ ਇਸ ਚੀਜ਼ ਦੇ ਵੱਲ ਧਿਆਨ ਜ਼ਰੂਰ ਦੇਣਾ ਕਿ ਜਿਹੜਾ ਕੁਝ ਮੈਂ ਦਈ ਜਾਂਦਾ ਇਹਦਾ ਸਕਰੀਨਸ਼ਾਟ ਵਗੈਰਾ ਜਿਵੇਂ ਵੀ ਆਪਣੇ ਤੁਸੀਂ ਨੋਟਸ ਵਗੈਰਾ ਦੇ ਵਿੱਚ ਐਡ ਕਰ ਸਕਦੇ ਹੋ। ਰਾਈਟ ਹੋ ਗਿਆ। ਸੋ ਇਹ ਚੀਜ਼ ਆ ਭਾਈ, ਜਦੋਂ ਫੇਥ ਆ ਤਾਂ ਓਬਵੀਅਸ ਗੱਲ ਆ ਬੰਦਾ ਗਰੋ ਕਰਦਾ ਹੀ ਕਰਦਾ ਹੈ ਨਾ। ਇਹ ਤੁਸੀਂ ਐ ਮੰਨੋ ਵੀ ਮੈਂ ਤੁਹਾਨੂੰ ਕੀ ਦੱਸਾਂ, ਜਿਹੜੇ ਪੁਰਾਣੇ ਸਟੂਡੈਂਟ, ਬਹੁਤ ਪੁਰਾਣੇ ਸਟੂਡੈਂਟ, ਉਹਨਾਂ ਨੂੰ ਤਾਂ ਸ਼ਾਇਦ ਇਹ ਪਤਾ ਲੱਗ ਗਿਆ ਹੋਊਗਾ, ਘੱਟੋ ਘੱਟ ਇਹ ਮੈਂ 2019 ਜਾਂ 20 ਦੇ ਵਿੱਚ ਪੜ੍ਹਾਏ ਹੋਏ ਆ, ਉਸ ਤੋਂ ਪਹਿਲਾਂ ਦੇ ਵੀ ਹੋ ਸਕਦੇ ਆ। ਰਾਈਟ। ਸੋ ਇਹ ਉਦੋਂ ਦੇ ਸੈਸ਼ਨ ਆ, ਦੇਖ ਲਓ। ਤੇ ਹੁਣ ਮੈਂ ਦੁਬਾਰਾ ਉਹ ਸਾਰੇ ਚੱਕੇ, ਮੈਨੂੰ ਲੱਗਦਾ ਵੀ ਕੁਐਸਚਨ ਬੈਂਕ ਬਹੁਤ ਜ਼ਿਆਦਾ ਹੈ, ਸੋ ਇਸ ਕਰਕੇ ਮੈਨੂੰ ਸੀਗਾ ਵੀ ਇਹਨੂੰ ਤੋੜ ਕੇ ਮੈਂ ਕਰਵਾ ਦਾਂ ਜ਼ਿਆਦਾ ਵਧੀਆ। ਰਾਈਟ। ਚਲੋ ਖੈਰ, ਤਾਂ ਆਨਸਰ ਹੋ ਗਿਆ ਤਾਂ ਗ੍ਰੀਨ ਹੈ ਨਾ। ਅਗਲਾ ਕੁਐਸਚਨ ਕਹਿੰਦਾ ਗ੍ਰੀਨ ਕਲਰ ਇਨ ਦਾ ਨੈਸ਼ਨਲ ਫਲੈਗ ਸਿੰਬਲਾਈਜ਼ਸ ਵਿਚ 3 ਕੁਆਲਿਟੀਜ਼। ਕਿਹੜੀਆਂ ਕੁਆਲਿਟੀਜ਼ ਹੈ? ਪ੍ਰੋਸਪੈਰਿਟੀ, ਵਾਈਬ੍ਰੈਂਸੀ ਐਂਡ ਲਾਈਫ। ਪ੍ਰੋਸਪੈਰਿਟੀ, ਵਾਈਬ੍ਰੈਂਸੀ ਐਂਡ ਲਾਈਫ। ਅਗਲਾ ਕੁਐਸਚਨ ਆ ਗਿਆ ਜੀ, ਕਹਿੰਦਾ ਵੇਅਰ ਇਜ਼ ਦਾ ਅਸ਼ੋਕ ਚੱਕਰ ਐਜ਼ ਦਾ ਧਰਮ ਚੱਕਰ ਪਲੇਸਡ ਇਨ ਦਾ ਨੈਸ਼ਨਲ ਫਲੈਗ ਐਂਡ ਇਟਸ, ਯਾਨੀ ਕਿਹੜਾ ਕਲਰ ਹੈ, ਯਾਨੀ ਅਸ਼ੋਕ ਚੱਕਰ ਤੋਂ ਜਿਹੜਾ ਆਪਾਂ ਧਰਮ ਚੱਕਰ ਲਿਆ ਹੈਗਾ ਹੈ ਨਾ, ਉਹ ਕਿੱਥੇ ਆ ਤੇ ਕਿਹੜੇ ਕਲਰ ਦੇ ਵਿੱਚ ਆ। ਸੋ ਐਟ ਦਾ ਸੈਂਟਰ ਆਫ ਦਾ ਸੈਫਰਨ ਨਹੀਂ ਹੈਗਾ, ਐਟ ਦਾ ਸੈਂਟਰ ਆਫ ਦਾ ਗ੍ਰੀਨ, ਤੁਹਾਨੂੰ ਪਤਾ ਤਿਰੰਗਾ ਵਾਈਟ ਆ ਜਿਹੜਾ ਮਿਡਲ ਦੇ ਵਿੱਚ ਉਹਦੇ ਆ ਹੈ ਨਾ। ਇਨ ਦਾ ਲੈਫਟ ਅਲਾਈਨਮੈਂਟ ਦੇ ਵਿੱਚ ਵੀ ਨਹੀਂ ਹੈਗਾ। ਐਟ ਦਾ ਸੈਂਟਰ ਦੇ ਵਿੱਚ ਆ। ਵਾਈਟ ਬੈਂਡ ਜਿਹੜਾ ਆਪਣਾ ਵਿਚਾਲੇ ਆ ਉਹਦੇ। ਇਨ ਇਜ਼ ਅ ਵੀਲ ਇੱਕ 24 ਸਪੋਕਸ ਆ, ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ। ਰਾਈਟ। 24 ਸਪੋਕਸ ਆ। ਐਂਡ ਜਿਹੜਾ ਹੈਗਾ ਕਲਰ ਇਹਦਾ ਕੀ ਆ, ਨੇਵੀ ਬਲੂ ਕਲਰ। ਰਾਈਟ। ਯਾਨੀ ਕਿ ਇਹਦਾ ਆਨਸਰ ਜਿਹੜਾ ਆ ਜਾਊਗਾ ਜੀ ਚੌਥਾ। ਉਹ ਸਮਝ ਲੱਗੀ ਭਾਈ। ਅਗਲਾ ਕੁਐਸਚਨ ਇਨ ਵਿੱਚ, ਅੱਛਾ ਹੁਣ ਆਹ ਕੁਐਸਚਨ ਕਰਾਉਣ ਤੋਂ ਪਹਿਲਾਂ ਪੰਜਾਬ ਜੀ ਕੇ ਦੇ ਕੁਐਸਚਨ ਹੈ, ਇਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਸੀਕੁਐਂਸ ਕਰਾਉਣਾ ਬਹੁਤ ਸੋਹਣਾ। ਰਾਈਟ। ਫਿਰ ਇਹ ਸਾਰੇ ਕੁਐਸਚਨ ਸੋਲਵ ਹੋ ਜਾਣਗੇ। ਦੇਖੋ ਇੰਨੇ ਵਧੀਆ ਤਰੀਕੇ ਦੇ ਨਾਲ ਜਦੋਂ ਆਪਾਂ ਪੜ੍ਹਦੇ ਹਾਂ। ਬਹੁਤਾ ਟਾਈਮ ਨਹੀਂ ਹੋਇਆ ਅਜੇ, 31 ਕੀ ਹੋ ਜਾਂਦਾ, ਸਕਰੀਨ ਨੂੰ ਕੀ ਹੋ ਗਿਆ, ਚਲੋ ਖੈਰ ਕੋਈ ਚੱਕਰ ਨਹੀਂ। ਤਾਂ 31 ਮਿੰਟ ਹੋਇਆ, ਦੇਖੋ ਅੱਧਾ ਘੰਟਾ ਮੈਕਸਿਮਮ ਹੋਰ ਲੱਗਣਾ, ਇਹਦੋਂ ਘੱਟ ਹੀ ਲੱਗੂਗਾ। ਰਾਈਟ ਆ। ਸੋ ਆਪਾਂ ਹੁਣ ਸੀਕੁਐਂਸ ਦੀ ਗੱਲਬਾਤ ਕਰੀਏ, ਵੈਸੇ ਲੱਗ ਜੂ ਅੱਧਾ ਘੰਟਾ, ਠੀਕ ਹੈ। ਸੋ ਇਹ ਸੈਸ਼ਨ ਬਹੁਤ ਇੰਪੋਰਟੈਂਟ ਹੈ, ਮੈਨੂੰ ਵੀ ਕਾਹਲੀ ਹੈ ਕਿ ਮੈਂ ਵੱਧ ਤੋਂ ਵੱਧ ਕਰਾ ਦਾਂ। ਰਾਈਟ ਆ। ਕਿਉਂਕਿ ਓਬਵੀਅਸ ਗੱਲ ਹੈ ਐਂਡ ਵਾਲੇ ਦਿਨ ਕਾਫੀ ਇੰਪੋਰਟੈਂਟ ਹੁੰਦੇ ਆ। ਮੈਂ ਪਹਿਲਾਂ ਹੀ ਬਹੁਤ ਬਿਜ਼ੀ ਰਹਿਣਾ ਤੇ ਮਸਾਂ ਟਾਈਮ ਕੱਢ ਕੇ ਹੁਣ ਮੈਂ ਜ਼ਰੂਰ ਦੱਸਦਾ, ਠੀਕ ਹੈ। ਚਲੋ ਖੈਰ, ਤਾਂ ਆਪਾਂ ਸੀਕੁਐਂਸ ਪੰਜਾਬ ਜੀ ਕੇ ਜਦੋਂ ਪੜ੍ਹਦੇ ਹਾਂ ਤਾਂ ਇੱਥੋਂ ਕੁਐਸਚਨ ਬਹੁਤ ਆਉਂਦੇ ਐਂਡ ਮੈਂ ਬਹੁਤ ਸਾਲਾਂ ਦਾ ਬਹੁਤ ਵਧੀਆ ਤਰੀਕੇ ਦੇ ਨਾਲ ਪੜ੍ਹਾਇਆ ਹੋਇਆ। ਰਾਈਟ। ਸੋ ਸਭ ਤੋਂ ਪਹਿਲਾਂ ਜੇਕਰ ਆਪਾਂ ਬਹਿਲੋਲ ਲੋਧੀ ਦੀ ਗੱਲ ਕਰੀਏ ਤਾਂ ਆਪਾਂ ਜਦੋਂ ਗੁਰੂ ਪੀਰੀਅਡ ਦੇ ਬਾਰੇ ਪੜ੍ਹਦੇ ਹਾਂ ਤਾਂ ਗੁਰੂ ਨਾਨਕ ਦੇਵ ਜੀ ਤੋਂ ਪੜ੍ਹਦੇ ਹਾਂ। ਤਾਂ ਗੁਰੂ ਨਾਨਕ ਦੇਵ ਜੀ ਦੇ ਟਾਈਮ ਤੇ ਲੋਧੀ ਵੰਸ਼ ਦੀ ਜਿਹੜੀ ਹੈਗੀ ਆ ਉਹ ਚੱਲ ਰਹੀ ਸੀ ਦਿੱਲੀ ਸਲਤਨਤ ਦੇ ਵਿੱਚ। ਰਾਈਟ। ਸੋ ਬਹਿਲੋਲ ਲੋਧੀ ਜਿਹੜਾ 1451 ਦੇ ਵਿੱਚ ਜਿਹੜਾ ਹੈਗਾ ਉਹ ਯਾਨੀ ਕਿ ਓਬਵੀਅਸ ਗੱਲ ਆ ਦਿੱਲੀ ਸਲਤਨਤ ਦੇ ਤਖਤ ਤੇ ਬਹਿੰਦਾ ਹੈ ਕਹਿ ਲਓ। ਰਾਈਟ। 1451 ਦੇ ਵਿੱਚ ਇਹ 3 ਹੋਏ ਆ, ਇੱਕ ਬਹਿਲੋਲ ਲੋਧੀ ਸੀਗਾ, ਫਿਰ ਉਸ ਤੋਂ ਬਾਅਦ ਸਿਕੰਦਰ ਲੋਧੀ ਸੀਗਾ, ਫਿਰ ਇਬਰਾਹਿਮ ਲੋਧੀ ਸੀਗਾ। ਤੇ ਜਿਹੜਾ ਸਿਕੰਦਰ ਲੋਧੀ ਹੈ ਕਾਫੀ ਪਪੂਲਰ ਰਿਹਾ, ਜਿਹਨੇ 1510 ਦੇ ਵਿੱਚ ਆਗਰਾ ਦੀ ਸਥਾਪਨਾ ਕੀਤੀ ਹੈ। ਇੱਥੋਂ ਕੁਐਸਚਨ ਪੁੱਛਿਆ ਜਾਂਦਾ ਹੁੰਦਾ। ਤੇ ਸਿਕੰਦਰ ਦਾ ਜਿਹੜਾ ਨਾਮ ਕੀ ਸੀਗਾ, ਪ੍ਰਿੰਸ ਨਿਜ਼ਾਮ। ਇਹ ਜ਼ਰੂਰ ਯਾਦ ਰੱਖਣਾ ਹੈ ਨਾ, ਕਾਫੀ ਇੰਪੋਰਟੈਂਟ ਹੈ। ਪ੍ਰਿੰਸ ਨਿਜ਼ਾਮ ਇਹਦਾ ਰੀਅਲ ਨੇਮ ਸੀਗਾ। ਇਹ ਕੁਐਸਚਨ ਪੁੱਛੇ ਜਾਂਦੇ ਆ। ਬਹਿਲੋਲ ਲੋਧੀ ਦਾ ਮੁੰਡਾ ਸਿਕੰਦਰ ਲੋਧੀ ਸੀ, ਸਿਕੰਦਰ ਲੋਧੀ ਦਾ ਮੁੰਡਾ ਇਬਰਾਹਿਮ ਲੋਧੀ ਸੀ। ਰਾਈਟ। ਸੋ ਇਹ ਕਾਫੀ ਇੰਪੋਰਟੈਂਟ ਹੈ। ਸੋ 1451 ਦੇ ਵਿੱਚ ਬਹਿਲੋਲ ਲੋਧੀ ਆ ਜਿਹੜਾ ਉਹ ਬਣਦਾ ਰਾਜਾ। 1469 ਦੇ ਵਿੱਚ ਤਤਾਰ ਖਾਨ ਆ ਜਿਹੜਾ ਉਹ ਗਵਰਨਰ ਆਫ ਪੰਜਾਬ ਬਣਦਾ। ਹੁਣ ਤੁਸੀਂ ਐਂ ਮੰਨ ਸਕਦੇ ਹੋ ਵੀ ਜਦੋਂ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਤਾਂ ਉਸ ਟਾਈਮ ਤੇ ਪੰਜਾਬ ਦਾ ਗਵਰਨਰ ਕੌਣ ਸੀ, ਇਹ ਕੁਐਸਚਨ ਪੁੱਛਿਆ ਜਾ ਸਕਦਾ। ਤਾਂ ਜਦੋਂ ਗਵਰਨਰ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਤਾਂ ਤਤਾਰ ਖਾਨ ਆ ਜਿਹੜਾ ਉਹ ਗਵਰਨਰ ਆਫ ਪੰਜਾਬ ਸੀ। ਰਾਈਟ ਹੋ ਗਿਆ। 1469 ਦੇ ਵਿੱਚ ਹੀ ਓਬਵੀਅਸ ਗੱਲ ਹੈ ਗੁਰੂ ਨਾਨਕ ਦੇਵ ਜੀ ਦਾ ਜਨਮ ਹੁੰਦਾ ਤੇ 1479 ਦੇ ਵਿੱਚ ਗੁਰੂ ਅਮਰਦਾਸ ਜੀ ਦਾ ਜਨਮ ਹੁੰਦਾ। ਦੇਖੋ ਆਪਾਂ ਜਦੋਂ ਮੈਂ ਐਵੇਂ ਤਰੀਕੇ ਨਾਲ ਕਰਾਉਂਗਾ ਤਾਂ ਤੁਹਾਡੇ ਜਨਮ ਜਿਹੜੀਆਂ ਡੇਟਾਂ ਵਗੈਰਾ ਉਹ ਸਾਰਾ ਕੁਝ ਇੰਪੋਰਟੈਂਟ ਯਾਦ ਰਹਿ ਜਾਣਾ। ਸੋ ਯਾਦ ਰੱਖਿਓ ਕਿ ਗੁਰੂ ਨਾਨਕ ਦੇਵ ਜੀ ਦੇ 10 ਸਾਲਾਂ ਬਾਅਦ ਹੀ ਗੁਰੂ ਅਮਰਦਾਸ ਜੀ ਦਾ ਗੁਰੂ ਅੰਗਦ ਦੇਵ ਜੀ ਨਹੀਂ, ਗੁਰੂ ਅੰਗਦ ਦੇਵ ਜੀ ਦਾ 1504 ਦੇ ਵਿੱਚ ਹੁੰਦਾ ਗਾ, ਉਹ ਆਪਾਂ ਪੜਾਂਗੇ। ਤਾਂ ਗੁਰੂ ਅਮਰਦਾਸ ਜੀ ਸਿਰਫ 10 ਸਾਲ ਛੋਟੇ ਸੀ ਗੁਰੂ ਨਾਨਕ ਦੇਵ ਜੀ ਤੋਂ। ਰਾਈਟ। ਸੋ 1479 ਦੇ ਵਿੱਚ ਬੇਸਿਕਲੀ ਗੁਰੂ, ਇਸੇ ਕਰਕੇ ਆਪਾਂ ਕਹਿੰਦੇ ਵੀ ਸਭ ਤੋਂ ਵੱਡੀ ਉਮਰ ਦੇ ਵਿੱਚ ਕਿਹੜੇ ਗੁਰੂ ਸਾਹਿਬਾਨ ਆਪਣੇ ਗੁਰਗੱਦੀ ਤੇ ਬੈਠੇ ਸੀ, ਸਭ ਤੋਂ ਵੱਡੀ ਉਮਰ ਦੇ ਵਿੱਚ ਗੁਰੂ ਅਮਰਦਾਸ ਜੀ ਸੀ। ਸੋ ਇਹ ਕਾਫੀ ਇੰਪੋਰਟੈਂਟ ਹੈ। ਤੇ ਸਭ ਤੋਂ ਛੋਟੀ ਉਮਰ ਦੇ ਵਿੱਚ ਗੁਰੂ ਹਰਕ੍ਰਿਸ਼ਨ ਜੀ। ਰਾਈਟ। ਸੋ 1479 ਦੇ ਵਿੱਚ ਬਰਥ ਆਫ ਸ਼੍ਰੀ ਗੁਰੂ ਅਮਰਦਾਸ ਜੀ। ਰਾਈਟ। 1483 ਦੇ ਵਿੱਚ ਬਾਬਰ ਦਾ ਜਨਮ ਹੁੰਦਾ। ਇਹ ਕੁਐਸਚਨ ਵੀ ਬਹੁਤ ਵਾਰ ਪੁੱਛਿਆ ਜਾਣ ਲੱਗ ਗਿਆ ਪੇਪਰਾਂ ਦੇ ਵਿੱਚ ਕਿ ਬਾਬਰ ਦਾ ਜਨਮ ਕਦੋਂ ਹੋਇਆ ਸੀ। ਦੇਖੋ ਰਾਈਟ। ਤੇ 1483 ਦੇ ਵਿੱਚ ਹੋਇਆ ਸੀਗਾ। ਕਿੱਥੇ ਹੋਇਆ ਸੀਗਾ? ਅੰਦੀਜਾਨ, ਜਿਹੜੀ ਕਿ ਫੇਰਗਾਨਾ ਦੀ ਕੈਪੀਟਲ ਸੀ। ਫੇਰਗਾਨਾ ਦੇ ਵਿੱਚ ਇਹਦੇ ਪਾਪੇ ਦਾ ਰਾਜ ਸੀਗਾ, ਜਿਹੜਾ ਬਾਬਰ ਦਾ ਸੀਗਾ ਪਾਪਾ। ਰਾਈਟ। ਬਾਅਦ ਦੇ ਵਿੱਚ ਫਿਰ ਇਹਨੇ ਓਬਵੀਅਸ ਗੱਲ ਆਹ ਏਰੀਆ ਹੜੱਪ ਲਿਆ ਸੀ। ਤਾਂ ਅੰਦੀਜਾਨ ਕੈਪੀਟਲ ਆਫ ਫੇਰਗਾਨਾ। ਸੋ ਬਰਥ ਆਫ ਜਿਹੜਾ ਬਾਬਰ 1483 ਦੇ ਵਿੱਚ ਹੋਇਆ ਤੇ 12 ਸਾਲ ਦੀ ਉਮਰ ਦੇ ਵਿੱਚ ਹੀ ਬਾਬਰ
ਫਿਰ ਗਾਣਾ ਦਾ ਰਾਜਾ ਬਣ ਗਿਆ ਸੀ। ਦੇਖੋ ਇਹ ਕੁਐਸਚਨ ਬਹੁਤ ਵਾਰੀ ਪੁੱਛਿਆ ਜਾਂਦਾ ਵੀ ਕਿੰਨੇ ਸਾਲ ਦਾ ਸੀਗਾ ਇਹ, ਤਾਂ 12 ਸਾਲ ਦਾ ਸੀਗਾ, 12ਵਾਂ ਸਾਲ ਲੱਗਿਆ ਹੋਇਆ ਸੀ ਬੇਸਿਕਲੀ। 12 ਸਾਲ ਦੇ ਨੇ ਇਸ ਨੇ ਬਾਬਰ ਨੇ ਫਿਰ ਗਾਣਾ ਜਿਹੜੀ ਹੈਗੀ ਆ ਉਸ ਤੇ यानी कि ऑब्वियस गल आ आफ्टर द डेथ ऑफ हिज फादर यानी उस हड़प लिया 1494 के। ठीक है, सो 1483 के बाबर का जन्म होया तो 1494 के बाबर आ जो फिर गाना का यानी कि राजा बन जाता। राइट, 1499 के बहलोल लोधी की डैथ हो जाती है, सिकंदर लोधी फिर यानी कि सुक्सैशन है। राइट, तो 1451 के बहलोल लोधी है जो ऑब्वियस गल है वह तख्त पर बहिंदा गा, तो सिकंदर लोधी है जो 1499 के यानी कि जोड़ा है वह गवर्नर बनता गा। राइट, यहाँ किंग बनता है कह लो। राइट, सो ये काफ़ी इंपॉर्टेंट है, सो याद रखना गा। एक पासे आप पंजाब का पढ़ रहे हैं, एक पासे आप दिल्ली सल्तनत की गल कर रहे हैं। दिल्ली सल्तनत के सब तो पहले बहलोल लोधी है, फिर सिकंदर लोधी है, फिर इब्राहिम लोधी है। राइट, यह 1517 तक यानी 1417 तक। राइट, तो सॉरी की कहते होंगे 1479 तक, फिर इत्थे 1517 आ जाऊगा तो इत्थे आ जाऊगा 1451 यानी 1451 के बहलोल लोधी, 1499 के सिकंदर लोधी, फिर उस तो बाद 1517 के इब्राहिम लोधी, तो 1526 के बाबर के नाल पानीपत की पहली लड़ाई होंदी है, तो उस तो बाद यानी मुगल वंश स्टार्ट हो जाता। राइट, सो यह सीक्वेंस आप पढ़ रहे हैं। 1469 के ततार खान गवर्नर बनता, 1469 के गुरु नानक देव जी जन्म होंदा, 10 साल बाद गुरु अमरदास जी का जन्म होंदा गा। राइट, 1483 के बाबर का जन्म होंदा, तो 12 साल की उम्र के तख्त पर बह जाता फिर गाना के विच। राइट, फिर गाना अंधी जान जिथे ਇਹਦਾ जन्म होंदा गा, तो 1494 के बाबर। ठीक है, तो 1451 तो लैके 1499 है जोड़ा वो बहलोल लोधी की डैथ होंदी है, तो सिकंदर लोधी जो सुक्सैशन पर बहता गा। जो आप क्वेश्चन करांगे गारंटी है तुहाडे सारे आंसर सही होंगे। राइट, फिर इस तो बाद 1499 1469 तो लैके 1499 तक का यानी कि 30 साल हो गए। 30 साल बाद गुरु नानक देव जी को ज्ञान की प्राप्ति, तो उस तो बाद उदासियां स्टार्ट होंदियां। राइट, सो गुरु नानक देव जी को ज्ञान की प्राप्ति कदों होंदी है? ऑब्वियस गल है बेई रिवर तुहानूं पता है ना, उत्थे अलोप रहिंदे 3 दिनों वास्ते, ना कोई हिंदू ना कोई मुसलमान स्टेटमेंट आउंदी है, तो है ना बेसिकली इनलाइटलमेंट यानी कि ज्ञान की प्राप्ति आप कहने हैं। सो 1499 के गुरु नानक देव जी को ज्ञान की प्राप्ति होंदी है, फिर उस तो बाद उदासियां स्टार्ट होंदियां। राइट हो गया। सो 1500 के जिन्होंने आप 16वीं सदी भी कह दें 16th सेंचुरी। राइट, एक क्वेश्चन पूछा गया पेपर कि 16th सेंचुरी के पंजाब का गवर्नर कौन सी, तो पूरे 1500 के दौलत खान लोधी है जो पंजाब का गवर्नर बनता गा। देखो आप पढ़ियागा बहलोल लोधी पढ़ियागा, सिकंदर लोधी पढ़ियागा, तो इब्राहिम लोधी पढ़ियागा। बहलोल लोधी ने ततार खान को पंजाब का गवर्नर बनाया, कदों बनाया जो गुरु नानक देव जी का जन्म होया सी 1469 के। राइट, सिकंदर लोधी ततार खान यानी कि मरा दिंदा गा। राइट, सो इस तो बाद फिर ततार खान का ही पुत्र बनता गा जिसका नाम है दौलत खान लोधी, तो बनाने वाला भी सिकंदर लोधी ही होंदा। तो दौलत खान लोधी जो 16वीं सेंचुरी यानी कि 1500 के पंजाब का गवर्नर बनता ततार खान तो बाद, यानी बहलोल लोधी का पुत्र सिकंदर जोड़ा कि ऑब्वियस गल 1499 के आउंदा गा, तो आह 1451 के। राइट, तो इधर 1469 के ततार खान है, तो 1500 के जोड़ा वो आ गया दौलत खान लोधी। राइट, सो दौलत खान लोधी पंजाब का गवर्नर बन गया। 1504 के गुरु अंगद देव जी का जन्म होंदा। देखो हुण सारे एवं सीक्वेंस याद हो जाएंगे, सीरीयसली कह रहे हैं। राइट, सो 1469 के गुरु नानक देव जी का जन्म है, 1479 के गुरु अमरदास जी का जन्म है, तो 1504 के गुरु अंगद देव जी का जन्म है। सो अपने पहले गुरु, दूसरे गुरु तो तीसरे गुरु। राइट, सो ये याद रखना, बर्थ इन्हों तो पूछे जाते हैं। सो 1504 के बाबर ने अनैक्स कर लिया सीगा काबुल को, कदों जो गुरु अंगद देव जी का जन्म होया। देखो ईवेंट सेम है, जो 1469 के गुरु नानक देव जी का जन्म होया उस टाइम पर ततार खान गवर्नर बनया पंजाब का, तो जो गुरु अंगद देव जी का जन्म होया उस टाइम पर बाबर ने काबुल को अनैक्स कर लिया, काबुल जित लिया। राइट, सो पूछा जाता होंगे भी बाबर ने काबुल को कदों जितया सी, उदों ही जो गुरु अंगद देव जी का जन्म होया 1504 के। दोनों इवेंट याद रह जाएंगे। राइट, फिर 1517 के इब्राहिम लोधी दिल्ली के तख्त पर बहिंदा गा। राइट, हुण इधर आ गया आह 1451 तो लैके 1499, तो इत्थे आ गया 1517। सो 1517 के इब्राहिम लोधी है जो दिल्ली के तख्त पर बहिंदा गा। राइट, फिर उस तो बाद ऑब्वियस गल है लड़ाई होंदी है, दौलत खान लोधी बाबर को बुला लेंदा, इनवाइट कर लेंदा, चलो बाद दी गल्लां। राइट, वो ज़्यादा थ्योरी के पढ़ना तो थ्योरी पढ़ो, पर इत्थे आपां सीक्वेंस पढ़ रहे वो स्टैटिक पोर्शन। फिर बाबर आ जो 5 हमले करता पंजाब से, 5 वारी हमले करते, क्वेश्चन बहुत बार पूछा जाता। सो 5 वारी हमले कदों कदों होंगे? 1519 के 2 हमले, 1520, फिर 1521, फिर 1524। तो 1519 के जोड़े 2 हमले होंगे यानी इनवेड पंजाब फस्ट टाइम एंड सैकेंड टाइम। राइट, गुरु नानक देव जी को ऑब्वियस गल है दूसरी बारी मिलता गा। राइट, यानी ऑब्वियस गल है जो 1520 वाला होंगे गा, इनू तुम पहला मान लो दूजा मान लो, पर 1519 के बेसिकली 2 होंगे, इस करके आप 5 काउंट करते हैं। पर गुरु नानक देव जी ने जिथे अरेस्ट किया वो ऑब्वियस गल अहमदाबाद विखे किया। राइट, चलो खैर, तो
1519 ਦੇ ਵਿੱਚ ਪਹਿਲਾ ਤੇ ਦੂਸਰਾ ਹਮਲਾ ਹੁੰਦਾ ਜਿਹਦੇ ਵਿੱਚ ਪਸ਼ਾਵਰ ਨੂੰ ਜਿੱਤ ਲੈਂਦਾ, ਰਾਈਟ। ਇਸ ਤੋਂ ਬਾਅਦ 1520 ਦੇ ਵਿੱਚ ਤੀਸਰਾ ਹਮਲਾ ਹੁੰਦਾ ਜਿਹਦੇ ਵਿੱਚ ਸਿਆਲਕੋਟ ਨੂੰ ਜਿੱਤ ਲੈਂਦਾ। 1521 ਦੇ ਵਿੱਚ ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਤੋਂ ਮੁੜ ਕੇ ਕਰਤਾਰਪੁਰ ਵਿਖੇ ਆ ਕੇ ਸੈਟਲਿੰਗ ਕਰਦੇ, ਯਾਨੀ ਕਿ ਰਹਿੰਦੇ ਆ। ਆਖਰੀ ਜਿਹੜੇ ਆਪਣੇ ਸਾਲ ਇਹਨਾਂ ਨੇ 18 ਸਾਲ ਬਤੀਤ ਕੀਤੇ ਆ ਉਹ ਕਰਤਾਰਪੁਰ ਵਿਖੇ ਕੀਤੇ ਆ। ਸੋ ਕਰਤਾਰਪੁਰ ਦੀ ਜੇਕਰ ਪੁੱਛਿਆ ਜਾਵੇ ਕਿ ਕਰਤਾਰਪੁਰ ਆ ਜਿਹੜਾ ਬੇਸਿਕਲੀ ਉਹ ਕਦੋਂ ਵਸਾਇਆ ਗਿਆ, ਰਾਈਟ, ਉਸ ਨੂੰ 1521 ਆਨਸਰ ਲਾ ਦਿਓ। ਕਿਤੇ ਕਿਤੇ 1522 ਵੀ ਲਿਖਿਆ ਹੋਇਆ ਤੇ ਕਿਤੇ ਕਿਤੇ ਤੁਹਾਨੂੰ 1504 ਵੀ ਦਿਖੂਗਾ। ਸੋ ਉਸ ਕਨਫਿਊਜ਼ਨ ਨੂੰ ਦੂਰ ਕਰ ਦਿਓ, ਕਿਉਂਕਿ ਓਬਵੀਅਸ ਗੱਲ ਆ ਉੱਥੇ ਨਾ ਕੁਐਸਚਨ ਕਦੇ ਪੁੱਛਿਆ ਜਾਵੇ। ਤੁਸੀਂ ਜੇਕਰ ਪੁੱਛਿਆ ਜਾਊਗਾ ਤਾਂ ਆਖਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਕਦੋਂ ਆਏ ਤਾਂ 1521 ਆਨਸਰ ਲਾ ਦਿਓ। ਜੇ 1521 ਆਪਸ਼ਨ ਦੇ ਵਿੱਚ ਨਾ ਹੋਇਆ ਫਿਰ ਭਾਵੇਂ 1522 ਲਾ ਦਿਓ, ਪਰ ਕਰਤਾਰਪੁਰ ਆ ਕੇ ਸੈਟਲਿੰਗ ਕੀਤੀ 1521। ਤੇ 1524 ਦੇ ਵਿੱਚ ਦੌਲਤ ਖਾਂ ਲੋਧੀ ਹੈ ਜਿਹੜਾ, ਉਹਦੇ ਤੇ ਬਾਬਰ ਦੀ ਲੜਾਈ ਹੁੰਦੀ ਆ, ਜਿਹਨੂੰ ਆਪਾਂ ਪੰਜਾਬ ਦਾ ਚੌਥਾ ਹਮਲਾ ਕਹਿੰਦੇ ਆ, ਰਾਈਟ। ਸੋ ਮੈਂ ਫਿਰ ਦੱਸ ਰਿਹਾ ਕਿ 1519 ਦੇ ਵਿੱਚ 2 ਹਮਲੇ, 1520 ਦੇ ਵਿੱਚ ਹਮਲਾ ਗਾ, ਫਿਰ 1524 ਦੇ ਵਿੱਚ ਆ, ਫਿਰ 1525 ਦੇ ਵਿੱਚ ਆ। ਇਹ ਸੀਕੁਐਂਸ ਯਾਦ ਰੱਖ ਸਕਦੇ ਹੋ, ਰਾਈਟ। ਸੋ 1525 ਦੇ ਵਿੱਚ ਬਾਬਰ ਦਾ ਆਖਰੀ ਹਮਲਾ ਜਿਹੜਾ ਪੰਜਾਬ ਤੇ ਹੁੰਦਾ ਤੇ ਪੰਜਾਬ ਨੂੰ ਜਿੱਤ ਲੈਂਦਾ, ਅਨੈਕਸ ਕੰਪਲੀਟ ਪੰਜਾਬ, ਰਾਈਟ। ਫਿਰ 1526 ਦੇ ਵਿੱਚ ਪਾਣੀਪਤ ਦੀ ਲੜਾਈ ਹੁੰਦੀ ਪਹਿਲੀ ਬਾਬਰ ਤੇ ਇਬਰਾਹਿਮ ਲੋਧੀ ਦੇ ਵਿਚਕਾਰ, ਰਾਈਟ। ਫਿਰ ਉਸ ਤੋਂ ਬਾਅਦ 1534 ਦੇ ਵਿੱਚ ਗੁਰੂ ਰਾਮਦਾਸ ਜੀ ਦਾ ਜਨਮ ਹੁੰਦਾ। ਦੇਖੋ ਇੱਕੋ ਈਵੈਂਟ ਇੱਕੋ ਸੀਕੁਐਂਸ ਦੇ ਵਿੱਚ ਤੁਹਾਨੂੰ ਮੈਂ 4 ਗੁਰੂਆਂ ਬਾਰੇ ਦੱਸਤਾ। ਅੱਜ ਤੱਕ ਹੋ ਸਕਦਾ ਤੁਹਾਡੇ ਕਨਫਿਊਜ਼ਨ ਦੇ ਵਿੱਚ ਰਹਿੰਦੇ ਹੋਵੇ, ਯਾਦ ਨਾ ਰਹਿੰਦਾ ਹੋਵੇ। 10 ਸਾਲਾਂ ਬਾਅਦ ਕਿਹਨਾਂ ਦਾ ਜਨਮ ਹੋਇਆ? 1479 ਦੇ ਵਿੱਚ ਗੁਰੂ ਅਮਰਦਾਸ ਜੀ ਦਾ, ਰਾਈਟ। 1504 ਦੇ ਵਿੱਚ ਕਿਹਨਾਂ ਦਾ ਹੋਇਆ? ਗੁਰੂ ਅੰਗਦ ਦੇਵ ਜੀ ਦਾ। 3 ਯਾਦ ਹੋ ਗਏ। ਇਸ ਤੋਂ ਬਾਅਦ ਆਪਾਂ 1534 ਦੀ ਗੱਲਬਾਤ ਕੀਤੀ ਹੈ, ਬਰਥ ਆਫ ਗੁਰੂ ਰਾਮਦਾਸ ਜੀ, ਠੀਕ ਹੈ, ਬਰਥ ਆਫ ਗੁਰੂ ਰਾਮਦਾਸ ਜੀ। ਤੇ 1539 ਦੇ ਵਿੱਚ ਸੁਕਸੈਸ਼ਨ ਆਫ ਗੁਰੂ ਅੰਗਦ ਦੇਵ ਜੀ ਤੇ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾ ਜਾਂਦੇ ਆ, ਰਾਈਟ। 1539 ਦੇ ਵਿੱਚ ਗੁਰੂ ਅੰਗਦ ਦੇਵ ਜੀ ਗੱਦੀ ਤੇ ਬੈਠ ਜਾਂਦੇ ਆ, ਰਾਈਟ। ਸੋ ਇਹ ਬਰਥ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਇਸ ਤੋਂ ਬਾਅਦ ਜਦੋਂ ਅਗਲਾ ਸੀਕੁਐਂਸ ਕਰਾਉਂਗਾ ਤਾਂ ਫਿਰ ਹੋਰ ਵੀ ਵਧੀਆ ਤਰੀਕੇ ਦੇ ਨਾਲ ਯਾਦ ਹੋ ਜਾਣਗੇ, ਰਾਈਟ ਹੋ ਗਿਆ। ਸੋ ਇਹ ਹੁਣ ਸੀਕੁਐਂਸ ਤੋਂ ਕੁਐਸਚਨ ਦੇਖੋ ਕਿੰਨੇ ਬਣਦੇ ਆ, ਤੁਸੀਂ ਕੁਐਸਚਨ ਆਰਾਮ ਦੇ ਨਾਲ ਹੁਣ ਕਰੋਗੇ। ਤਾਂ ਤਤਾਰਖਾਨਾ ਜਿਹੜਾ ਗਵਰਨਰ ਦਾ ਪੰਜਾਬ ਕਦੋਂ ਬਣਿਆ, ਪੰਜਾਬ ਦਾ ਗਵਰਨਰ ਕਦੋਂ ਬਣਿਆ, ਰਾਈਟ। ਮੈਨੂੰ ਵੀ ਕਾਹਲੀ ਹੈ, ਮੈਂ ਹੋਰ ਵੱਧ ਤੋਂ ਵੱਧ ਕੁਐਸਚਨ ਕਰਾ ਦਾਂ। ਤਾਂ 1469 ਦੇ ਵਿੱਚ ਤਤਾਰਖਾਨ ਜਦੋਂ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ। ਇਸ ਤੋਂ ਬਾਅਦ ਆ ਗਿਆ ਜੀ ਵੈਨ ਐਂਡ ਵੇਅਰ ਵਾਜ ਦਾ ਮੁਗਲ ਅੰਪਾਇਰ ਜਿਹੜਾ ਬਾਬਰ ਉਹ ਕਦੋਂ ਯਾਨੀ ਕਿ ਕਿੱਥੇ ਪੈਦਾ ਹੋਇਆ? ਤਾਂ ਓਬਵੀਅਸ ਗੱਲ ਅੰਦੀਜਾਨ ਪੈਦਾ ਹੋਇਆ 1483 ਦੇ ਵਿੱਚ, ਤੇ 1494 ਦੇ ਵਿੱਚ ਬੇਸਿਕਲੀ ਇਹ ਫੇਰਗਾਨਾ ਦਾ ਜਿਹੜਾ ਹੈਗਾ ਰਾਜਾ ਬਣ ਗਿਆ ਸੀ, ਹੈ ਨਾ। ਇਸ ਤੋਂ ਬਾਅਦ ਆ ਗਿਆ ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਕਦੋਂ ਹੋਈ, ਜਿਹੜੀ ਅਲਟੀਮੇਟ ਨੌਲੇਜ ਯਾਨੀ ਕਿ ਕਦੋਂ ਮਿਲੀ? 1499 ਦੇ ਵਿੱਚ, 30 ਸਾਲ ਦੀ ਉਮਰ ਦੇ ਵਿੱਚ, ਰਾਈਟ ਹੋ ਗਿਆ। ਇਸ ਤੋਂ ਬਾਅਦ ਆ ਗਿਆ ਜੀ ਜਿਹੜਾ ਕਰਤਾਰਪੁਰ ਜਿਹੜਾ ਵਸਾਇਆ ਗਿਆ ਉਹ ਰਾਵੀ ਕੰਢੇ ਵਸਾਇਆ ਗਿਆ, ਇਹ ਵੀ ਯਾਦ ਰੱਖ ਲਿਓ। ਇਨ ਵਿਚ ਈਅਰ ਦੌਲਤ ਖਾਂ ਲੋਧੀ ਪੰਜਾਬ ਦਾ ਗਵਰਨਰ, ਦੌਲਤ ਖਾਂ ਲੋਧੀ ਜਿਹੜਾ ਪੰਜਾਬ ਦਾ ਗਵਰਨਰ ਬਣਿਆ ਉਹ 16th ਸੈਂਚੁਰੀ ਦੇ ਵਿੱਚ ਬਣਿਆ। ਇਹ ਕੁਐਸਚਨ ਆਇਆ ਹੋਇਆ 16th ਸੈਂਚੁਰੀ ਤੇ ਜਾਂ ਫਿਰ 1500 ਵੀ ਲਿਖਿਆ ਹੋ ਸਕਦਾ, ਰਾਈਟ। ਸੋ 1500 ਇਜ਼ ਦਾ ਰਾਈਟ ਆਨਸਰ, ਠੀਕ ਹੋ ਗਿਆ। ਅਗਲਾ ਕੁਐਸਚਨ ਆ ਗਿਆ ਜੀ, ਕਹਿੰਦਾ ਵੈਨ ਡਿਡ ਬਾਬਰ ਅਟੈਕ ਪੰਜਾਬ ਫॉर द ਫਸਟ ਟਾਈਮ। ਤਾਂ ਬਾਬਰ ਦੇ ਜਿਹੜੇ 5 ਹਮਲੇ ਰਹੇ ਆ, 1519 ਦੇ ਵਿੱਚ 2 ਹਮਲੇ, ਫਿਰ 1520 ਦੇ ਵਿੱਚ, ਫਿਰ ਚੌਥਾ ਹਮਲਾ 1524 ਦੇ ਵਿੱਚ, ਫਿਰ ਪੰਜਵਾਂ ਹਮਲਾ 1525 ਦੇ ਵਿੱਚ। ਤਾਂ 1500 ਆਪਾਂ ਪੁੱਛਿਆ ਕੀ ਆ? ਫਸਟ ਟਾਈਮ। ਤਾਂ 1519 ਇਜ਼ ਦਾ ਰਾਈਟ ਆਨਸਰ। ਅਗਲਾ ਕੁਐਸਚਨ ਆ ਗਿਆ, ਕਹਿੰਦਾ ਜੀ ਕਰਤਾਰਪੁਰ ਨਗਰ ਨੂੰ ਕਦੋਂ ਐਸਟੈਬਲਿਸ਼ ਕੀਤਾ ਗਿਆ? ਹਾਲਾਂਕਿ ਇੱਥੇ ਪੁੱਛਿਆ ਜਾਣਾ ਚਾਹੀਦਾ ਵੀ ਕਰਤਾਰਪੁਰ ਵਿਖੇ ਆ ਕੇ ਕਦੋਂ ਰਹੇ, ਕਿਉਂਕਿ ਐਸਟੈਬਲਿਸ਼ ਕਈ ਥਾਵਾਂ ਤੇ 1504 ਵੀ ਦਿਖਦਾਗਾ, ਪਰ ਇੰਨਾ ਵੱਡਾ ਆਪਾਂ ਨੂੰ ਸਬੂਤ ਕਿਤੇ ਦਿਖਦਾ ਨਹੀਂ। ਇਹ ਕਾਫੀ ਕੰਟਰੋਵਰਸੀ ਦੇ ਵਿੱਚ ਆ, ਸੋ ਇਸ ਦੇ ਵਿੱਚ ਪੈਣਾ ਨਹੀਂ। ਆਪਾਂ 1521 ਆਨਸਰ ਲਾਵਾਂਗੇ ਜੇਕਰ ਕੁਐਸਚਨ ਇਹੀ ਪੁੱਛਿਆ ਗਿਆ, ਰਾਈਟ। ਬਾਕੀ ਫਿਰ ਐਗਜ਼ਾਮੀਨਰ ਤੇ ਵੀ ਡਿਪੈਂਡ ਕਰਦਾ ਹੁੰਦਾ। ਇਸ ਤੋਂ ਬਾਅਦ ਆ ਗਿਆ, ਜੇ ਮੰਨ ਲਓ ਹੁਣ ਇਹਨਾਂ ਦੇ ਵਿੱਚੋਂ ਕੋਈ ਵੀ ਆਪਸ਼ਨ ਦੇ ਵਿੱਚ ਨਾ ਹੋਇਆ ਤਾਂ ਇਹ ਮੰਨ ਕੇ ਚੱਲੋ ਵੀ ਐਗਜ਼ਾਮੀਨਰ ਨੇ ਗੂਗਲ ਕਰਕੇ ਕੁਐਸਚਨ ਪਾਇਆ ਤੇ ਉਹਦੇ ਵਿੱਚ 1504 ਲਿਖਿਆ ਹੋਇਆ, ਠੀਕ ਹੈ। ਸੋ ਇਹਨਾਂ ਮੰਨ ਲਿਓ, ਪਰ ਆਮ ਤੌਰ ਤੇ ਕੁਐਸਚਨ ਇੱਥੇ ਹੀ ਪੁੱਛਿਆ ਜਾਊਗਾ। ਵੈਨ ਡਿਡ ਬਾਬਰ ਆਕਿਊਪਾਈ ਪੰਜਾਬ ਕੰਪਲੀਟਲੀ। ਤਾਂ ਬਾਬਰ ਨੂੰ ਆਕਿਊਪਾਈ ਯਾਨੀ ਪੰਜਾਬ ਨੂੰ ਕਦੋਂ ਉਹਨੇ ਕੰਪਲੀਟ ਕਰ ਲਿਆ? 5ਵੇਂ ਹਮਲੇ ਦੇ ਵਿੱਚ ਜਿਹੜਾ ਸੀਗਾ 1525 ਦੇ ਵਿੱਚ, ਤੇ ਫਿਰ 1526 ਦੇ ਵਿੱਚ ਇਬਰਾਹਿਮ ਲੋਧੀ ਤੇ ਬਾਬਰ ਦੇ ਵਿੱਚ ਲੜਾਈ ਹੁੰਦੀ ਹੈ, ਪਾਣੀਪਤ ਦੀ ਪਹਿਲੀ ਲੜਾਈ। ਕਹਿੰਦਾ ਦ ਬੈਟਲ ਆਫ ਪਾਣੀਪਤ ਫੌਟ ਬਿਟਵੀਨ, ਆਬਵੀਅਸ ਗੱਲ ਹੈ ਬਾਬਰ ਤੇ ਇਬਰਾਹਿਮ ਲੋਧੀ ਦੇ ਵਿਚਕਾਰ, ਬਾਬਰ ਸ਼ੇਰਸ਼ਾਹ ਸੂਰੀ, ਪਾਣੀਪਤ ਦੀ ਦ ਬੈਟਲ ਆਫ ਪਾਣੀਪਤ, ਹਾਂ ਕਿੱਧਰ ਗਿਆ, ਹੈ ਹੀ ਨਹੀਂ ਕੋਈ, ਅੱਛਾ ਪਿਆ, ਇਬਰਾਹਿਮ ਲੋਧੀ ਤੇ ਬਾਬਰ। ਅਗਲਾ ਵੈਨ ਵਾਜ ਦਾ ਫਸਟ ਬੈਟਲ ਆਫ ਪਾਣੀਪਤ, ਹੈ ਨਾ। ਤਾਂ 1526 ਯਾਦ ਰੱਖ ਲਿਓ, ਠੀਕ ਹੈ। ਸੋ ਇਹ ਸੀਕੁਐਂਸ ਦੇ ਵਿੱਚ ਯਾਦ ਹੋ ਗਿਆ। ਦੇਖੋ ਮੈਂ ਇਹ ਤੋਂ ਬਾਅਦ ਦਿਖਾਵਾਂ ਤੁਹਾਨੂੰ, ਠੀਕ ਹੈ। ਕੁਐਸਚਨ ਤਾਂ ਮੈਂ ਹੋਰ ਬਹੁਤ ਕਰਾ ਸਕਦਾ, ਦੇਖੋ ਆ ਸਾਰੇ ਸੀਕੁਐਂਸ ਹੈ, ਰਾਈਟ। ਪ੍ਰੋਪਰ ਤਰੀਕੇ ਦੇ ਨਾਲ ਬਹੁਤ ਸਾਰੇ ਕੁਐਸਚਨ ਹੈ, ਰਾਈਟ। ਤਾਂ ਮੈਂ ਬਹੁਤ ਟਾਈਮ ਦਾ ਇਹ ਕੁਐਸਚਨਾਂ ਨੂੰ ਇਕੱਠਾ ਕਰ ਰਿਹਾ ਸੀਗਾ। ਸੋ ਮੈਂ ਫਾਈਨਲੀ 600-700 ਦੀ ਕੰਪਾਈਲੇਸ਼ਨ ਬਣਾ ਕੇ ਦੇਖੋ, है ना। फिर उस तो बाद सीक्वेंस आ गया, फिर क्वेश्चन है कहाँ दी कहाँ, तो मैं तो बहुत 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 करवाया है, ठीक है। सो ये करवाई जाऊँगा मैं,
ਪਰ ਹਾਂ ਜਿੰਨੇ ਮੇਰੇ ਵੱਸ 'ਚ ਹੋਇਆ, ਜਿੰਨੇ ਮੈਨੂੰ ਹੋਇਆ, ਠੀਕ ਹੈ ਨਾ। ਹੁਣ ਮੈਂ ਟਾਈਮ ਕੱਢਿਆ 2 ਦਿਨ ਛੁੱਟੀ ਕਰਕੇ, ਸੋ ਇਸ ਕਰਕੇ ਮੈਂ ਵੱਧ ਤੋਂ ਵੱਧ ਕਰਵਾਉਣ ਦੀ ਕੋਸ਼ਿਸ਼ ਕਰੂੰਗਾ। ਥੈਂਕ ਯੂ ਸੋ ਮਚ, ਬਾਏ ਬਾਏ, ਟੇਕ ਕੇਅਰ। ਬਾਕੀ ਬਣੇ ਰਹੋ, ਤੇ ਬਾਕੀ ਜਿੰਨਾ ਵੀ ਮੈਂ ਕਰਵਾਤਾ ਬਸ ਉਨਾ ਬਹੁਤ ਆ, ਤੇ ਉਸ ਤੋਂ ਪਹਿਲਾਂ ਮੇਰੇ ਸੈਸ਼ਨ ਆ ਜਿਹੜੇ ਬਹੁਤ ਸਾਰੇ ਹੈਗੇ ਆ ਲੱਗੇ ਹੋਏ, ਉਹ ਵੀ ਤੁਸੀਂ ਦੇਖ ਸਕਦੇ ਹੋ। ਰਾਈਟ, ਸ਼ੇਅਰ ਕਰਨਾ ਕਰੋ, ਨਹੀਂ ਕਰਨਾ ਨਾ ਕਰੋ, ਪਰ ਪੜ੍ਹੋ ਜ਼ਰੂਰ। ਥੈਂਕ ਯੂ ਸੋ ਮਚ, ਬਾਏ ਬਾਏ, ਟੇਕ ਕੇਅਰ।